केजरीवाल वाली गल ही करती, कह रहे ने भी जमा ही यू टर्न मार गए। कोई मैनू पॉलिटिशियन दिखा दो जिन्हें फंड सरकारी ना लिता होवे। 7 जून ਨੂੰ ਮੋਹਾਲੀ ਦੇ ਵਿੱਚ ਸਰਦਾਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਦੇ ਘਰ ਦੇ ਸਾਹਮਣੇ ਧਰਨਾ ਦੇਣਗੇ। ਜਦੋਂ ਲੋਕ ਮਰ ਰਹੇ ਆ, ਤੁਹਾਨੂੰ ਵੈਕਸੀਨ ਮਿਲ ਰਹੀ ਹੈ ਲੋਕਾਂ ਦੇ ਲਾਉਣ ਲਈ, ਤੁਸੀਂ ਵੈਕਸੀਨ ਦਾ ਉਦੋਂ ਵਪਾਰ ਕਰ ਰਹੇ ਹੋ। ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਵੀ ਪੰਜਾਬ ਸਰਕਾਰ ਦੇ ਕਿਹੜੇ ਕਾਬਲ ਅਫਸਰ ਨੇ ਇਹ ਯੋਜਨਾ ਬਣਾਈ ਸੀ ਵੀ 400 ਦਾ ਟੀਕਾ ਲੈ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਇੰਨੇ ਦਾ ਦਿਓ ਤੇ ਮੁੜ ਕੇ 1560 ਦਾ ਲੱਗੇ। ਕਈ ਲੋਕ ਮਜ਼ਾਕ ਕਰ ਰਹੇ ਸੀ ਵੀ ਸਿੱਧੂ ਅੰਮ੍ਰਿਤਸਰ ਛੱਡ ਕੇ ਭੱਜ ਗਿਆ, ਕਿਸੇ ਨੇ ਉੱਥੇ ਪੋਸਟਰ ਲਾਤੇ, ਬੀਬੀ ਪ੍ਰਨੀਤ ਕੌਰ ਕਹਿੰਦੇ ਸਿੱਧੂ ਨੂੰ ਅੰਮ੍ਰਿਤਸਰ ਜਾਣਾ ਚਾਹੀਦਾ, ਉਹ ਪਟਿਆਲੇ ਕੀ ਕਰਦਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕੱਪੜ ਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੈਂ ਹਾਂ ਗਗਨਦੀਪ ਸਿੰਘ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਗੱਲਬਾਤ ਸਭ ਤੋਂ ਪਹਿਲਾਂ ਅੱਜ ਦੇ ਮਸਲੇ ਦੇ ਵਿੱਚ ਰਹੇਗੀ, ਉਸ ਦੇ ਉੱਤੇ ਗੱਲਬਾਤ ਕਰਨੀ ਹੈ। ਨਵਜੋਤ ਸਿੰਘ ਸਿੱਧੂ ਦੇ ਕੈਪਟਨ ਅਮਰਿੰਦਰ ਸਿੰਘ ਦੇ ਰੇੜਕੇ ਦੇ ਵਿਚਕਾਰ ਮੀਟਿੰਗਾਂ ਹੋਈਆਂ ਨੇ ਤੇ ਹੁਣ ਦਿੱਲੀ ਦੇ ਵਿੱਚ ਕਈ ਮੰਤਰੀਆਂ ਤੇ ਵਿਧਾਇਕਾਂ ਦੇ ਡੇਰੇ ਲੱਗੇ ਹੋਏ ਨੇ। ਉਹਨਾਂ ਡੇਰਿਆਂ ਦੇ ਪਿੱਛੇ ਸਿਆਸੀ ਮੰਤਵ ਕੀ ਹੈ, ਉਸ ਦੇ ਉੱਤੇ ਗੱਲਬਾਤ ਰਹੇਗੀ। ਰਕੇਸ਼ ਟਕੈਤ ਨੂੰ ਮਮਤਾ ਬੈਨਰਜੀ ਦਾ ਸੱਦਾ ਆਇਆ ਹੈ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਕਿਸਾਨਾਂ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਭਾਜਪਾ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਹੋਏ ਨੇ। ਹਰਿਆਣਾ ਦੇ ਵਿੱਚੋਂ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਚਰਚਾਵਾਂ ਨੇ ਕਿ ਕਿਸਾਨ ਅੰਦੋਲਨ ਕਿੱਧਰ ਨੂੰ ਜਾ ਰਿਹਾ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਪੰਜਾਬ ਦੇ ਬਾਕੀ ਪੱਖ ਤੇ ਮਸਲਿਆਂ ਤੇ ਵੀ ਕਰਾਂਗੇ। ਪੰਜਾਬ ਦੇ ਵਿੱਚ ਪੋਸਟਰ ਵਾਰ ਸ਼ੁਰੂ ਹੋਈ ਹੈ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਆਪਸੀ ਕੰਪੇਨਿੰਗ ਤੁਰੀ ਹੈ, ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਡੱਲਾ ਜੀ, ਗੱਲਬਾਤ ਜਿਹੜੀ ਸਭ ਤੋਂ ਪਹਿਲਾਂ ਹੈ ਕਿ ਕਈ ਮੰਤਰੀਆਂ ਅਤੇ ਵਿਧਾਇਕਾਂ ਦੀ ਚਰਚਾ ਆ ਰਹੀ ਹੈ ਕਿ ਦਿੱਲੀ 'ਚ ਮੀਟਿੰਗ ਮੁੱਕ ਚੁੱਕੀ ਹੈ, ਕਾਂਗਰਸ ਦਾ ਵਾਰ ਰੂਮ ਹੁਣ ਖਾਲੀ ਹੋ ਚੁੱਕੀ ਹੈ, ਜਿੱਥੇ ਹਰ ਰੋਜ਼ ਡੇਰੇ ਲੱਗਦੇ ਸੀ 5 ਦਿਨ ਲਗਾਤਾਰ। ਹਜੇ ਵੀ ਕਈ ਮੰਤਰੀ ਦਿੱਲੀ ਦੇ ਵਿੱਚ ਨੇ ਤੇ ਲਗਾਤਾਰ ਮੀਟਿੰਗਾਂ ਦਾ ਦੌਰ ਉੱਥੇ ਵੀ ਚੱਲ ਰਿਹਾ। ਕੀ ਲੱਗਦਾ ਹੈ ਕਿੱਧਰ ਨੂੰ ਜਾ ਰਿਹਾ ਹੈ ਕਾਂਗਰਸ ਦਾ ਆਪਸੀ? ਦੇਖੋ, ਕੈਪਟਨ ਅਮਰਿੰਦਰ ਤਾਂ ਵਾਪਸ ਆ ਗਏ, ਬੀਬੀ ਸੋਨੀਆ ਗਾਂਧੀ ਵੀ ਵਿਦੇਸ਼ ਪਹੁੰਚਣ ਵਾਲੇ ਨੇ, ਜਾਣ ਵਾਲੇ ਨੇ ਬਸ। ਤੇ ਹਾਈ ਕਮਾਂਡ ਨੇ ਜਿਹੜੀ ਰਿਪੋਰਟ ਹੈ ਉਹ ਬਹੁਤ ਸੰਭਾਵਨਾ ਗਗਨ ਕਿ ਅੱਜ ਸ਼ਾਮ ਤੱਕ ਹਰੀਸ਼ ਰਾਵਤ ਨੇ, ਮਲਿਕਾਰਜੁਨ ਖੜਗੇ ਨੇ ਔਰ ਜੇਪੀ ਅਗਰਵਾਲ ਤੇ ਆਧਾਰਿਤ ਕਮੇਟੀ ਨੇ ਅੱਜ ਸ਼ਾਮ ਤੱਕ ਜਿਹੜੀ ਰਿਪੋਰਟ ਹੈ ਉਹ ਟੇਬਲ ਕਰ ਦੇਣੀ ਹੈ ਸੋਨੀਆ ਗਾਂਧੀ ਦੇ ਆਫਿਸ ਦੇ ਵਿੱਚ। ਹਾਲਾਂਕਿ ਪ੍ਰਿੰਕਾ ਗਾਂਧੀ ਔਰ ਰਾਹੁਲ ਗਾਂਧੀ ਤੱਕ ਮੋٹے ਵੇਰਵੇ ਤਾਂ ਗਗਨ ਜੀ ਪਹਿਲਾਂ ਹੀ ਜਾ ਚੁੱਕੇ ਨੇ ਔਰ ਜਿਹੜੀ ਇਹ ਰਿਪੋਰਟ ਟੇਬਲ ਹੋਣੀ ਸੋਨੀਆ ਗਾਂਧੀ ਕੋਲੇ, ਕੋਈ ਵੱਡੀ ਗੱਲ ਨਹੀਂ ਕਿ ਉਹਦੇ ਕੁਝ ਵੇਰਵੇ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਵੀ ਪਤਾ ਹੋਣ। ਪਰ ਕਾਂਗਰਸ ਦੇ ਵਿੱਚ ਕਿਉਂਕਿ ਜਿਹੜੀ ਇਹ ਕਮੇਟੀ ਹੈ, ਇਸ ਕਮੇਟੀ ਦੀ ਰਿਪੋਰਟ ਦੀ ਅਹਿਮੀਅਤ ਬਹੁਤ ਹੈ। ਦੇਖੋ, ਫੇਰ ਬਦਲ ਤਾਂ ਕਾਂਗਰਸ 'ਚ ਹੋਣਾ। ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਗਠਨ ਤੋਂ ਲੈ ਕੇ ਪੰਜਾਬ 'ਚ ਡਿਪਟੀ ਮੁੱਖ ਮੰਤਰੀਆਂ ਦੀ ਤੈਨਾਤੀ ਵਰਗੇ ਫੈਸਲੇ ਤਾਂ ਹੋਣੇ ਆ। ਕੰਪੇਨ ਕਮੇਟੀ ਦਾ ਮੁਖੀ ਲੱਗਣਾ ਹੈ। ਅਗਲੇ 2022 ਦੀਆਂ ਚੋਣਾਂ 'ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਹੋਣਾ ਹੈ। ਕੈਪਟਨ ਅਮਰਿੰਦਰ ਦੀ ਸੀਟ ਨੂੰ ਹਾਲ ਦੀ ਘੜੀ ਕੋਈ ਖਤਰਾ ਨਹੀਂ। ਆਹ ਟਰਮ ਕੈਪਟਨ ਅਮਰਿੰਦਰ ਆਪਣੀ ਪੂਰੀ ਕਰਨਗੇ ਬਤੌਰ ਮੁੱਖ ਮੰਤਰੀ। ਪਰ ਕੀ ਕੈਪਟਨ ਅਮਰਿੰਦਰ 2022 'ਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕਾਂਗਰਸ 'ਚ? ਇਹਦੇ ਤੇ ਹਜੇ ਸਸਪੈਂਸ ਹੈ ਔਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਨਹੀਂ ਹੋਣਗੇ। ਇਹ ਮੈਨੂੰ ਲੱਗਦਾ ਹੈ, ਮੇਰਾ ਆਪਣਾ ਆਂਕਲਨ ਹੈ ਜਿਸ ਤਰ੍ਹਾਂ ਦੀਆਂ ਸਥਿਤੀਆਂ ਮੈਂ ਦੇਖ ਰਿਹਾ। ਕਿਉਂਕਿ ਜਦੋਂ ਰਾਹੁਲ ਗਾਂਧੀ ਨੇ ਪ੍ਰਧਾਨ ਬਣਨਾ ਹੈ, ਚੋਣਾਂ ਹੋਣੀਆਂ ਨੇ ਕੁਝ ਸਮੇਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਗਠਨ ਦੀਆਂ, ਤੇ ਫਿਰ ਰਾਹੁਲ ਨੇ ਕਾਂਗਰਸ ਨੂੰ ਹੁਣ ਆਪਣੇ ਹਿਸਾਬ ਨਾਲ ਚਲਾਉਣਾ ਹੈ। ਹੁਣ ਜਿਹੜੇ ਤੁਹਾਡਾ ਸਵਾਲ ਹੈ ਬੜਾ ਇੰਪੋਰਟੈਂਟ ਹੈ ਕਿ ਬਹੁਤ ਸਾਰੇ ਮੰਤਰੀ ਤੇ ਐਮਐਲਏ ਦਿੱਲੀ ਕਿਉਂ ਹੈ। ਕਈ ਮੰਤਰੀ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਅਹੁਦੇ ਖੁੱਸ ਸਕਦੇ ਨੇ। ਕਈ ਵਿਧਾਇਕ ਨੇ ਜਿਹੜੇ ਇਸ ਜੁਗਾੜ 'ਚ ਨੇ ਕਿ ਸਾਡਾ ਇੱਕ ਵਾਰੀ ਮੰਤਰੀ ਬਣਨ ਦਾ ਸੁਪਨਾ ਪੂਰਾ ਹੋ ਜਾਏ, ਕਿਉਂਕਿ ਜੇ ਉਹ ਐਤਕੀ ਮੰਤਰੀ ਬਣ ਗਏ ਤੇ ਅਗਲੀ ਵਾਰੀ ਵੀ ਮੰਤਰੀ ਬਣਨ ਲਈ ਉਹਨਾਂ ਨੂੰ ਆਸਾਨੀ ਹੋਊਗੀ ਜੇ ਉਹ ਜਿੱਤਦੇ ਨੇ। ਇਹਦੇ ਲਈ ਕੀ ਹੈ ਕਿ ਜਿੰਨੇ ਕਾਂਗਰਸ ਦੇ ਵਿਧਾਇਕ ਨੇ, ਮੰਤਰੀ ਨੇ ਜਿਨ੍ਹਾਂ ਨੇ ਦਿੱਲੀ 'ਚ ਡੇਰੇ ਲਾਏ ਨੇ, ਕੈਪਟਨ ਅਮਰਿੰਦਰ ਵਾਪਸ ਆ ਗਏ, ਸਾਰੇ ਲੀਡਰ ਵਾਪਸ ਆ ਗਏ, ਲੇਕਿਨ ਉਹ ਉੱਥੇ ਜੋੜ ਤੋੜ ਲਾ ਰਹੇ ਨੇ। ਉਹ ਸੰਪਰਕ ਲੱਭ ਰਹੇ ਨੇ ਕਿ ਸਾਡੇ ਸਿਆਸੀ ਆਕਾ ਕੌਣ ਨੇ। ਕੋਈ ਗੁਲਾਮ ਨਬੀ ਆਜ਼ਾਦ ਤੱਕ ਪਹੁੰਚ ਕਰ ਰਿਹਾ, ਕੋਈ ਕਾਂਗਰਸ ਦੇ ਕਿਸੇ ਹੋਰ ਲੀਡਰ ਤੱਕ ਪਹੁੰਚ ਕਰ ਰਿਹਾ, ਕੋਈ ਆਨੰਦ ਸ਼ਰਮਾ ਜੀ ਤੱਕ ਪਹੁੰਚ ਕਰ ਰਿਹਾ, ਕੋਈ ਪੰਜਾਬ ਦੇ ਪੁਰਾਣੇ ਕੈਬਨਿਟ ਮੰਤਰੀ ਉਹਨਾਂ ਤੱਕ ਪਹੁੰਚ ਕਰ ਰਿਹਾ, ਤਾਂ ਕਿ ਉਹ ਆਪਣੀ ਪਹੁੰਚ ਦੇ ਨਾਲ ਕਮੇਟੀ ਦੇ ਮੈਂਬਰਾਂ ਨਾਲ ਜਾਂ ਹਾਈ ਕਮਾਂਡ ਦੇ ਜਿਹੜੇ ਹੋਰ ਵੱਡੇ ਲੀਡਰ ਨੇ, ਰਾਜ ਸਭਾ ਵਿਰੋਧੀ ਧਿਰ ਦੇ ਲੀਡਰ ਨੇ ਰਾਜ ਸਭਾ ਦੇ ਵਿੱਚ ਕਾਂਗਰਸ ਵੱਲੋਂ, ਮਲਿਕਾਰਜੁਨ ਖੜਗੇ, ਵੀ ਉਹਨਾਂ ਸਾਰਿਆਂ ਨਾਲ ਸੰਪਰਕ 'ਚ ਆ ਜਾਣ ਤਾਂ ਕਿ ਕਿਤੇ ਨਾ ਕਿਤੇ ਉਹਨਾਂ ਦੀ ਸਿਫਾਰਿਸ਼ ਲੱਗ ਜੇ, ਉਹਨਾਂ ਦਾ ਮੰਤਰੀ ਦਾ ਅਹੁਦਾ ਬਚਿਆ ਰਹਿ ਜੇ ਜਾਂ ਉਹਨਾਂ ਨੂੰ ਮੰਤਰੀ ਦਾ ਅਹੁਦਾ ਮਿਲ ਜੇ। ਸੋ ਜੋੜ ਤੋੜ ਦੀ ਜਿਹੜੀ ਸਿਆਸਤ ਹੈ ਗਗਨ, ਇਹ ਕਾਂਗਰਸ 'ਚ ਬੜੀ ਆਮ ਹੈ ਔਰ
ਹੁਣ ਜਦੋਂ ਕਾਂਗਰਸ 'ਚ ਨਵੇਂ ਮੰਤਰੀ ਆਉਣੇ ਨੇ ਤੇ ਕਈ ਮੰਤਰੀ ਅਜਿਹੇ ਆ ਜਾਣੇ ਨੇ ਜਦੋਂ ਲੋਕਾਂ ਨੇ ਕਹਿਣਾ ਸਾਨੂੰ ਲੱਗਦਾ ਨਹੀਂ ਸੀ ਕਿ ਇਸ ਐਮਐਲਏ ਨੂੰ ਮੰਤਰੀ ਬਣਾ ਦੇਣਗੇ। ਬਹੁਤ ਸਾਰੇ ਪੰਜਾਬ 'ਚ ਹੁਣ ਵੀ ਕਾਂਗਰਸ 'ਚ ਜਿਹੜੇ ਐਮਐਲਏ ਨੇ, ਕੋਈ 1 ਵਾਰ ਜਿੱਤਿਆ, ਕੋਈ 2 ਵਾਰ ਜਿੱਤਿਆ, 1 ਵਾਲਾ ਤਾਂ ਚਲੋ ਕੋਈ ਨਹੀਂ ਹੋਣਾ, ਕੋਈ 2 ਵਾਲਾ ਹੈ, ਕੋਈ 3 ਵਾਲਾ ਹੈ, ਕੋਈ ਮੰਤਰੀ ਦੇ ਲਈ ਹਜੇ ਦੂਸਰੇ ਸੀਨੀਅਰ ਵਿਅਕਤੀ ਨਾਲੋਂ ਪਹਿਲਾਂ ਆ ਕੇ ਮੰਤਰੀ ਬਣ ਗਿਆ। ਸੋ ਕਾਂਗਰਸ 'ਚ ਸੀਨੀਅਰਿਟੀ ਵਾਲੀ ਕੋਈ ਗੱਲ ਨਹੀਂ ਹੁੰਦੀ ਵੀ ਜਿਵੇਂ ਆਪਣੀ ਸੀਨੀਅਰਤਾ ਦੀ ਸੂਚੀ ਬਣਦੀ ਹੈ ਨਾ ਵੀ ਆਹ ਬੰਦਾ ਸੀਨੀਅਰ ਹੈ, ਜਿਵੇਂ ਅਫਸਰਾਂ ਦੀ ਬਣਦੀ ਹੈ। ਹੁਣ ਤਾਂ ਚਲੋ ਅਫਸਰਾਂ 'ਚ ਵੀ ਸੀਨੀਅਰ ਕੋਈ ਨਹੀਂ ਦੇਖਦਾ। ਆ ਮੁਹੰਮਦ ਮੁਸਤਫਾ ਸਾਹਿਬ ਬਹੁਤ ਸੀਨੀਅਰ ਸੀ, ਉਹਨਾਂ ਦੀ ਜਗ੍ਹਾ ਕੈਪਟਨ ਅਮਰਿੰਦਰ ਹੋਣਾ ਨੇ ਆਪਣੀ ਪਸੰਦ ਦੇ ਅਫਸਰ ਨੂੰ ਡੀਜੀਪੀ ਲਾ ਲਿਆ। ਦਿਨਕਰ ਗੁਪਤਾ ਵੀ ਬੰਦੇ ਚੰਗੇ ਡੀਜੀਪੀ ਦੇ ਤੌਰ ਤੇ ਕੰਮ ਕਰਦੇ ਨੇ, ਪਰ ਗੱਲ ਹੈਗੀ ਹੈ ਇੱਕ ਸੀਨੀਅਰਿਟੀ ਦੇ ਨਾਲ ਜਦੋਂ ਤੁਸੀਂ ਅਫਸਰ ਬਣਦੇ ਹੋ ਨਾ, ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਆਪਣੀ ਸੇਵਾ 'ਚ ਦੇਤੀ, ਉਹ ਜਦੋਂ ਅਫਸਰ ਬਣਦਾ ਹੈ ਹੌਲੀ ਹੌਲੀ ਤਰੱਕੀ ਹੁੰਦੀ ਹੈ, ਉਹਦੀ ਖਾਹਿਸ਼ ਹੁੰਦੀ ਹੈ ਵੀ ਮੈਂ ਸਭ ਤੋਂ ਵੱਡੀ ਪੋਸਟ ਤੇ ਆਪਣੇ ਮਹਿਕਮੇ 'ਚ ਸੇਵਾ ਕਰਕੇ ਜਾਵਾਂ ਤਾਂ ਕਿ ਮੈਨੂੰ ਤਸੱਲੀ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਸੇਵਾ ਚਲਾਈ ਸੀ। ਤੇ ਜਦੋਂ ਤੁਹਾਡੇ ਤੋਂ ਜੂਨੀਅਰ ਵਿਅਕਤੀ ਨੂੰ ਅਫਸਰ ਲਾ ਦਿੰਦੇ ਨੇ ਫਿਰ ਦੁੱਖ ਹੁੰਦਾ, ਉਹਦੇ ਨਾਲ ਸਿਸਟਮ ਕਰਪਟ ਹੁੰਦਾ ਚਲਾ ਜਾਂਦਾ। ਕਾਂਗਰਸ 'ਚ ਸਿਸਟਮ ਕਰਪਟ ਹੈ, ਵੈਸੇ ਤਾਂ ਬੀਜੇਪੀ 'ਚ ਵੀ ਹੈ, ਅਕਾਲੀ ਦਲ 'ਚ ਵੀ ਹੈ। ਮਰਜ਼ੀ ਨਾਲ ਲੋਕ ਚੁਣਦੇ ਨੇ ਵੀ ਆਹ ਬੰਦਾ ਸਾਡੇ ਨਾਲ ਠੀਕ ਹੈ, ਇਹਨੂੰ ਐਮਐਲਏ ਲਾ ਦਿਓ, ਇਹਨੂੰ ਮੰਤਰੀ ਲਾ ਦਿਓ, ਇਹਨੂੰ ਮਲਾਈਦਾਰ ਮਹਿਕਮਾ ਦੇ ਦਿਓ, ਇਹਨੂੰ ਥੋੜ੍ਹਾ ਜਿਹਾ ਢਿੱਲਾ ਮਹਿਕਮਾ ਦੇ ਦਿਓ। ਇਹ ਚੀਜ਼ਾਂ ਮੈਰਿਟ 'ਤੇ ਨਹੀਂ ਤੈਅ ਹੁੰਦੀਆਂ। ਇਹ ਜਿਹੜੀਆਂ ਟਿਕਟਾਂ ਨੇ ਜਾਂ ਤਾਂ ਉਹਨਾਂ ਦੀ ਚੋਣਾਂ ਦੇ ਸਮੇਂ ਫੰਡ ਕਿੰਨਾ ਕੁ ਦਿੱਤਾ। ਕਈ ਲੀਡਰ ਇਹੋ ਜਿਹੇ ਵੀ ਨੇ ਪੰਜਾਬ 'ਚ ਜਿਹੜੇ ਕਹਿੰਦੇ ਜੀ ਜੇ ਅਸੀਂ ਜਿੱਤ ਕੇ ਸਾਨੂੰ ਮੰਤਰੀ ਲਾ ਦਿਓ, ਫੰਡ ਦੀ ਪਰਵਾਹ ਨਾ ਕਰਿਓ, ਤੁਹਾਡਾ ਖਰਚਾ ਵੀ ਅਸੀਂ ਕਰ ਦਿਆਂਗੇ। ਹਾਲਾਂਕਿ ਇਹ ਗੱਲਾਂ ਔਨ ਦੀ ਰਿਕਾਰਡ ਨਹੀਂ ਆਉਂਦੀਆਂ। ਪੰਜਾਬ 'ਚ ਕਈ ਲੀਡਰ ਇਹੋ ਜਿਹੇ ਨੇ ਗਗਨ ਜਿਹੜੇ ਆਪਣੀ ਚੋਣ ਵੀ ਉਹ ਲੜਦੇ ਨੇ ਤੇ ਦੂਜੇ ਦੀ ਚੋਣ ਤੇ ਵੀ ਪੈਸਾ ਲਾਉਂਦੇ ਨੇ ਵੀ ਭਾਈ ਮੈਨੂੰ ਟਿਕਟ ਲੈਤੀ, ਮੈਂ ਤੇਰਾ ਵੀ ਖਰਚਾ ਕਰ ਦੂੰਗਾ, ਮੈਨੂੰ ਟਿਕਟ ਲੈ ਦੇ ਤੇ ਜੇ ਮੈਂ ਜਿੱਤ ਗਿਆ ਮੈਨੂੰ ਮੰਤਰੀ ਬਣਾ ਦੀ। ਇਹੋ ਜਿਹੀਆਂ ਸਥਿਤੀਆਂ ਵੀ ਸਾਡੀਆਂ ਪੋਲਿਟਿਕਸ ਦੇ ਵਿੱਚ ਹੁੰਦੀਆਂ ਨੇ ਔਰ ਲੋਕਾਂ ਨੂੰ ਇਹ ਸਾਰੀਆਂ ਗੱਲਾਂ ਹੌਲੀ ਹੌਲੀ ਪਤਾ ਲੱਗਦੀਆਂ ਨੇ। ਸੋ ਜਿਹੜੇ ਹੁਣ ਲੋਕ ਦਿੱਲੀ 'ਚ ਨੇ ਗਗਨ, ਉਹ ਜੋੜ ਤੋੜ 'ਚ ਨੇ ਵੀ ਕਿਸੇ ਤਰ੍ਹਾਂ ਸਾਡਾ ਨੰਬਰ ਲੱਗ ਜੇ, ਅਸੀਂ ਮੰਤਰੀ ਬਣ ਜਾਈਏ। ਤੇ ਕਈਆਂ ਦੀਆਂ ਮੰਤਰੀ ਵਾਲੀਆਂ ਗੱਡੀਆਂ, ਮੰਤਰੀ ਵਾਲੇ ਜਿਹੜੇ ਮਹਿਕਮੇ ਨੇ ਖੁੱਸ ਸਕਦੇ ਨੇ, ਉਹ ਵੀ ਜ਼ੋਰ ਲਾ ਰਹੇ ਨੇ ਆਪਣੇ ਆਕਾ ਕੋਲੇ ਵੀ ਕਿਸੇ ਤਰ੍ਹਾਂ ਸਾਨੂੰ ਬਚਾਓ ਜੀ, ਵਕਤ ਲੰਘਾਓ ਸਾਡਾ। ਬਿਲਕੁਲ ਡੱਲਾ ਸਾਹਿਬ, ਇੱਕ ਪਾਸੇ ਤਾਂ ਇਸ ਤਰ੍ਹਾਂ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਦੂਜੇ ਪਾਸੇ ਇੱਕ ਚਰਚਾ ਪੰਜਾਬ ਦੇ ਵਿੱਚ ਹੋਰ ਵੇਖਣ ਨੂੰ ਮਿਲ ਰਹੀ ਹੈ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ #242020 ਹੈ ਨਾ ਵੀ 2022 ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਕੈਪਟਨ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਅੱਜ ਜਦੋਂ ਨਵਜੋਤ ਕੌਰ ਸਿੱਧੂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਸੀ, ਉੱਥੇ ਉਹਨਾਂ ਦੇ ਪਿੱਛੇ ਕੋਈ ਨੌਜਵਾਨ ਖੜੇ ਸੀ, ਉਹਨਾਂ ਦੀਆਂ ਟੀ-ਸ਼ਰਟਾਂ ਦੇ ਉੱਤੇ ਲਿਖਿਆ ਹੋਇਆ ਸੀ ਸਾਰਾ ਪੰਜਾਬ ਸਿੱਧੂ ਨਾਲ। ਸੋ ਇਹ ਕੀ ਲੱਗਦਾ ਹੈ ਵੱਖਰੇ ਪੱਧਰ ਦੇ ਉੱਤੇ ਆਪੋ ਆਪਣੇ ਤਰ੍ਹਾਂ ਦੀ ਕੰਪੇਨਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ? ਦੇਖੋ ਹੁੰਦਾ ਕੀ ਹੈ ਨਾ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹੋਰਡਿੰਗਸ ਲੱਗ ਜਾਂਦੇ ਨੇ, ਫੇਸਬੁੱਕ ਦੇ ਪੇਜ ਬਣ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਦੇ ਬਹੁਤ ਸਾਰੇ ਜਿਹੜੇ ਸਮਰਥਕ ਨੌਜਵਾਨ ਨੇ ਉਹਨਾਂ ਨੇ ਆਪਣੇ ਗਰੁੱਪ, ਆਪਣੇ ਪੇਜ ਬਣਾ ਲਏ। ਕੈਪਟਨ ਅਮਰਿੰਦਰ ਦੇ ਸਮਰਥਕ ਲੋਕ ਨੇ ਕਈ, ਉਹਨਾਂ ਨੇ ਆਪਣੇ ਪੇਜ ਬਣਾ ਲਏ। ਪਰ ਜਿਹੜਾ ਪੋਲੀਟੀਕਲ ਸਿਸਟਮ ਹੈ ਨਾ, ਪੋਲੀਟੀਕਲ ਸਿਸਟਮ ਨੂੰ ਹੋਰ ਟਰਾਂਸਪੇਰੈਂਟ ਹੋਣਾ ਪਊਗਾ। ਆਪਣੇ ਆਪ ਕਿਸੇ ਨੂੰ ਵੀ ਦੇਖੋ ਇਹ ਲਿਖ ਸਕਦੇ ਨੇ ਕਾਂਗਰਸ ਵਾਲੇ, ਕਾਂਗਰਸ ਦੇ ਲੀਡਰ ਇਹਦਾ ਜਿੰਨਾ ਮਰਜ਼ੀ ਪ੍ਰਚਾਰ ਕਰਨ ਵੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਸਾਰਾ ਪੰਜਾਬ ਉਹਨਾਂ ਦੇ ਨਾਲ ਹੈ, ਇਹ ਇੱਦਾਂ ਦੀਆਂ ਗੱਲਾਂ ਕਰ ਸਕਦੇ ਨੇ। ਪਰ ਜਦੋਂ ਅਸੀਂ ਐਲਾਨ ਦਿੰਦੇ ਹਾਂ, ਜਿਵੇਂ ਸੁਨੀਲ ਜਾਖੜ ਨੇ ਕਹਿਤਾ ਸੀ ਵੀ ਅਸੀਂ ਕੈਪਟਨ ਅਮਰਿੰਦਰ ਦੀ ਅਗਵਾਈ 'ਚ 2022 ਦੀਆਂ ਚੋਣਾਂ ਲੜਾਂਗੇ, ਉਹਨਾਂ ਨੇ ਇਸ਼ਾਰਾ ਇਸ ਰੂਪ 'ਚ ਕੀਤਾ ਸੀ, ਰੌਲਾ ਪੈ ਗਿਆ। ਇਸੇ ਤਰ੍ਹਾਂ ਮੈਂ ਅੰਮ੍ਰਿਤਸਰ 'ਚ ਦੇਖਦਾ ਪੋਸਟਰ ਲੱਗ ਗਏ ਵੀ 2022 'ਚ ਸਾਡਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਹੋਣਗੇ। ਇਹ ਐਲਾਨ ਨਹੀਂ ਹੋਣਾ ਚਾਹੀਦਾ, ਇਹ ਐਲਾਨ ਪਾਰਟੀ ਦੇ ਪਲੇਟਫਾਰਮ ਤੇ ਹੋਣਾ ਚਾਹੀਦਾ। ਜੇ ਕੋਈ ਇੰਡੀਵਿਜੂਅਲ ਆਪਣੇ ਲੈਵਲ ਤੇ ਇਹ ਅਨਾਉਂਸਮੈਂਟ ਕਰਦਾ, ਉਹਨੂੰ ਇਨਡਿਸਪਲਿਨ ਦੀ ਕੈਟਾਗਰੀ 'ਚ ਰੱਖਿਆ ਜਾਣਾ ਚਾਹੀਦਾ। ਐਂ ਤਾਂ ਫਿਰ ਇਹਦੇ ਨਾਲ ਹੀ ਗੁੱਟਬਾਜ਼ੀ ਵੱਧਦੀ ਹੈ ਗਗਨ, ਇਹਦੇ ਨਾਲ ਹੀ ਧੜੇਬੰਦੀ ਵੱਧਦੀ ਹੈ। ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਕੈਪਟਨ ਅਮਰਿੰਦਰ ਨੂੰ ਰੁਕਵਾਉਣਾ ਚਾਹੀਦਾ ਇਹ ਚੀਜ਼। ਸਿੱਧੂ ਬਾਰੇ ਵੀ ਕਹਿੰਦੇ ਆ ਵੀ ਸਿੱਧੂ ਨੂੰ ਇਹ ਚੀਜ਼ ਰੁਕਵਾਉਣੀ ਚਾਹੀਦੀ ਹੈ। ਅਗਰ ਕੋਈ ਕਹਿੰਦਾ ਕਿ ਨੈਕਸਟ CM ਸਿੱਧੂ, ਆਮ ਲੋਕ ਜਿਵੇਂ ਮਰਜ਼ੀ ਗੱਲ ਕਰਨ, ਪਰ ਕਾਂਗਰਸ ਦੇ ਵਲੰਟੀਅਰ, ਉਹਨਾਂ ਦੀ ਟੀਮ ਦੇ ਸਾਥੀ ਇਸ ਤਰੀਕੇ ਨਾਲ ਅਗਰ ਗੱਲਾਂ ਨੂੰ ਅੱਗੇ ਲੈ ਕੇ ਜਾਂਦੇ ਨੇ, ਹੋਰਡਿੰਗ ਬਣਾਉਂਦੇ ਨੇ, ਪੇਜ ਬਣਾਉਂਦੇ ਨੇ, ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ। ਇਹ ਲੋਕਾਂ ਨੇ ਤੈਅ ਕਰਨਾ ਹੈ। ਤੁਸੀਂ ਉਮੀਦਵਾਰ ਦੇ ਤੌਰ ਤੇ ਆਫੀਸ਼ੀਅਲ ਤੌਰ ਤੇ ਜਦੋਂ ਅਨਾਉਂਸ ਹੋ ਜੇ ਤਦ ਦੱਸੋ। ਜਦੋਂ ਕਾਂਗਰਸ ਦੀ ਹਾਈ ਕਮਾਂਡ ਕਹਿ ਦੇ ਵੀ ਆਹ ਸਾਡਾ ਚਿਹਰਾ ਹੈ, ਫਿਰ ਗੱਲ ਸਮਝ ਆਉਂਦੀ ਹੈ। ਹਾਂ, ਪੱਤਰਕਾਰ ਕਿਆਸ ਲਾ ਸਕਦੇ ਨੇ ਵੀ ਚਿਹਰਾ ਕਿਹੜਾ ਹੋ ਸਕਦਾ ਹੈ, ਉਹ ਸਾਡਾ ਕੰਮ ਹੈ ਕਿ ਆਹ ਚਿਹਰਾ ਹੋ ਸਕਦਾ ਹੈ, ਆਹ ਦਾਅਵੇਦਾਰ ਹੈ, ਆਹ ਦਾਅਵੇਦਾਰ ਹੈ। ਜਿਹੜੀ ਪੋਸਟਰਵਾਰ ਹੈ ਨਾ, ਕਈ ਵਾਰੀ ਮੈਂ ਸੁਖਪਾਲ ਖਹਿਰੇ ਤੇ ਦੇਖਦਾ ਸੀ। ਹੁਣ ਆ ਖਹਿਰੇ ਦੇ ਪੋਸਟਰਾਂ ਤੇ ਜ਼ਿਕਰ ਬੜਾ ਹੋਈ ਜਾਂਦਾ ਖਹਿਰੇ ਬਾਰੇ ਵੀ ਕਿ ਖਹਿਰੇ ਨੇ ਆਹ ਕਰਤਾ। ਖਹਿਰੇ ਦੇ ਜਿਹੜੇ ਪੋਸਟਰ ਨੇ, ਚੁਟਕਲੇ ਜਿਹੜੇ ਛਪੇ ਨੇ, ਮੈਂ ਉਹ ਵਰਤ ਨਹੀਂ ਸਕਦਾ ਸ਼ਬਦ ਕਿ ਕਿਹੋ ਜਿਹੀ ਸ਼ਬਦਾਵਲੀ ਉਹਨਾਂ ਪੋਸਟਰਾਂ ਤੇ ਵਰਤੀ ਜਾਂਦੀ ਹੈ। ਠੀਕ ਹੈ, ਖਹਿਰਾ, ਸੁਖਪਾਲ ਖਹਿਰਾ ਜਿਨ੍ਹਾਂ ਗੱਲਾਂ ਤੇ ਪਹਿਲਾਂ ਸਟੈਂਡ ਲੈਂਦੇ ਸੀ, ਉਹ ਕੇਜਰੀਵਾਲ ਵਾਲੀ ਗੱਲ ਹੀ ਕਰਤੀ ਖਹਿਰੇ ਨੇ, ਵੀ ਜਮਾਂ ਹੀ ਯੂ ਟਰਨ ਮਾਰ ਗਏ ਖਹਿਰਾ ਸਾਹਿਬ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਕਿੱਡਾ ਨਿੰਦਦੇ ਸੀ ਕਿਸੇ ਸਮੇਂ।
ਆ ਬੀਬੀ ਇੱਕ ਜਿਹੜੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਫਰੈਂਡ ਹੈ, ਉਹਨਾਂ ਬਾਰੇ ਕਿੱਡੀ ਵੱਡੀ ਮੰਗ ਕੀਤੀ ਸੀ ਗ੍ਰਹਿ ਮੰਤਰੀ ਤੋਂ ਸੁਖਪਾਲ ਖਹਿਰਾ ਨੇ, ਕਹਿੰਦੇ ਚਿੱਠੀ ਵੀ ਲਿਖੀ ਸੀ ਸ਼ਾਇਦ ਵੀ ਜੀ ਉਹ ਪਤਾ ਕੀਤਾ ਜਾਵੇ ਉਹ ਕੌਣ ਨੇ। ਉਹਨਾਂ ਕੈਪਟਨ ਅਮਰਿੰਦਰ ਨੇ ਆਪ ਹੀ ਕਹਤਾ ਸੀ ਕਿ ਮੇਰੇ ਫਰੈਂਡ ਨੇ, ਪਰ ਸੁਖਪਾਲ ਖਹਿਰਾ ਉੱਥੇ ਤੱਕ ਚਲੇ ਗਏ। ਮੈਂ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਫਰੋਲਾ ਫਰਾਲੀ ਕਰਨ ਦੇ ਖਿਲਾਫ ਹੁੰਦਾ, ਪਰ ਹੁਣ ਸੁਖਪਾਲ ਖਹਿਰਾ ਨੂੰ ਉਹੀ ਚੰਗੇ ਲੱਗਣ ਲੱਗ ਗਏ ਏਡੇ, ਕਹਿੰਦੇ ਜੀ ਉਹ ਤਾਂ ਬੰਦੇ ਹੀ ਬਹੁਤ ਵਧੀਆ ਨੇ, ਉਹ ਮੁੱਖ ਮੰਤਰੀ ਤਾਂ ਚਲੋ ਹੈਗੇ ਨੇ, ਪਰ ਇਹਦੇ ਕਰਕੇ ਚੁਟਕਲੇ ਬਣ ਰਹੇ ਸੁਖਪਾਲ ਖਹਿਰਾ ਤੇ। ਔਰ ਸੁਖਪਾਲ ਖਹਿਰਾ ਨੇ ਆਪਣੇ ਮੂੰਹੋਂ ਆਪ ਗੱਲ ਕਹੀ ਸੀ ਵੀ ਸਿਆਸਤ 'ਚ ਕੁਝ ਵੀ ਹੋ ਸਕਦਾ, ਤੇ ਹੁਣ ਸੁਖਪਾਲ ਖਹਿਰਾ ਨੂੰ ਬੁਰਾ ਲੱਗਦਾ ਹੋਊਗਾ ਵੀ ਲੋਕ ਮੇਰੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਜਦ ਕਿ ਲੋਕਾਂ ਨੇ ਜਿੰਨਾ ਸਤਿਕਾਰ ਕੀਤਾ ਸੁਖਪਾਲ ਖਹਿਰਾ ਦਾ। ਕਈ ਵਾਰੀ ਹੁੰਦਾ ਕੀ ਹੈ ਨਾ ਗਗਨ, ਅਸੀਂ ਸਿਆਸੀ ਗਲਤੀ ਕਰ ਜਾਂਦੇ ਹਾਂ। ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਲੀਡਰ ਸੀ, ਬਹੁਤ ਕਾਮਯਾਬ, ਇੰਨਾ ਕੋਈ ਵਿਰੋਧੀ ਧਿਰ ਦਾ ਲੀਡਰ ਕਾਮਯਾਬ ਨਹੀਂ ਹੋਇਆ ਹੋਣਾ, ਪਰ ਸ਼ਾਇਦ ਸੁਖਪਾਲ ਖਹਿਰਾ ਉਸ ਉਚਾਈ ਨੂੰ ਸੰਭਾਲ ਨਹੀਂ ਸਕੇ। ਉਹ ਤੋਂ ਬਾਅਦ ਪੀਡੀਏ ਬਣਾਇਆ, ਛੇਤੀ ਹੌਸਲਾ ਹਾਰ ਗਏ। ਕਈ ਵਾਰੀ ਮੈਂ ਇੱਕ ਵਾਰੀ ਫੇਲ ਹੋ ਗਿਆ ਸੀ 11ਵੀਂ 'ਚ, ਮੈਂ ਫੇਰ ਪੜ੍ਹਿਆ, ਪਾਸ ਹੋਇਆ, ਅਗਲੇ ਹੋਰ ਪਾਸੇ ਚਲਾ ਗਿਆ। ਸੋ ਗੱਲ ਇਹ ਆ ਵੀ ਜ਼ਿੰਦਗੀ 'ਚ ਹਾਰ ਤੋਂ ਡਰਨਾ ਨਹੀਂ ਚਾਹੀਦਾ। ਮੈਨੂੰ ਲੱਗਦਾ ਸੁਖਪਾਲ ਖਹਿਰਾ ਘਬਰਾ ਗਏ ਜਿਹੜੀ ਹਾਰ ਹੋ ਗਈ ਉਹਨਾਂ ਦੀ, ਜਦ ਕਿ ਅਗਰ ਪੀਡੀਏ ਨਾ ਤੋੜਿਆ ਹੁੰਦਾ ਗਗਨ, ਅੱਜ ਪੀਡੀਏ ਪੰਜਾਬ 'ਚ ਮੁੱਖ ਮੰਤਰੀ ਬਣਾਉਣ ਦੀ ਦੌੜ 'ਚ ਹੋਣਾ ਸੀ, ਆਮ ਆਦਮੀ ਪਾਰਟੀ ਨਾਲੋਂ ਮਜ਼ਬੂਤ ਹੋਣਾ ਸੀ ਪੀਡੀਏ। ਇਹ ਉਦੋਂ ਵੀ ਮੈਂ ਕਿਹਾ ਸੀ ਤੁਹਾਨੂੰ ਕਿ ਇਤਿਹਾਸਿਕ ਗਲਤੀ ਕਰ ਰਹੇ ਨੇ ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਔਰ ਇਹ ਸਾਰੇ ਲੋਕ। ਔਰ ਅੱਜ ਖਹਿਰਾ ਤਾਂ ਚਲਾ ਗਿਆ ਕਾਂਗਰਸ 'ਚ, ਹੁਣ ਸਿਮਰਜੀਤ ਬੈਂਸ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਵੀ ਸਿਮਰਜੀਤ ਬੈਂਸ ਕਿੱਧਰ ਜਾਣਗੇ। ਸੋ ਇਸ ਕਰਕੇ ਇਹ ਨੌਜਵਾਨ ਲੀਡਰ ਅਗਰ ਆਪਸ 'ਚ ਇਕੱਠੇ ਰਹਿੰਦੇ ਤੇ ਪੰਜਾਬ ਨੂੰ ਚੰਗੀ ਸੇਧ ਦੇ ਸਕਦੇ ਸੀ। ਦੇਖੋ ਸਿੱਧੂ ਬਾਰੇ ਲੋਕ ਕਹੀ ਤਾਂ ਜਾਂਦੇ ਨੇ ਕਿ ਸਿੱਧੂ ਫੈਸਲਾ ਨਹੀਂ ਕਰ ਰਿਹਾ, ਸਿੱਧੂ ਫੈਸਲਾ ਨਹੀਂ ਕਰ ਰਿਹਾ। ਅਸਲ 'ਚ ਹਜੇ ਫੈਸਲੇ ਦਾ ਵਕਤ ਨਹੀਂ ਆਇਆ, ਫੈਸਲਾ ਕਰਨ ਨੂੰ ਹਜੇ ਵਕਤ ਹੈ। ਸੁਖਪਾਲ ਖਹਿਰਾ ਵਰਗੇ ਵਕਤ ਤੋਂ ਪਹਿਲਾਂ ਫੈਸਲਾ ਕਰ ਗਏ। ਕਿਤੇ ਨਾ ਕਿਤੇ ਹੁਣ ਟਿਕਟਾਂ ਦੀ ਵੇਖੋ, ਕਾਂਗਰਸ 'ਚ ਗਏ ਨੇ ਸੁਖਪਾਲ ਖਹਿਰਾ, ਕੈਪਟਨ ਲੈ ਕੇ ਗਏ ਨੇ। ਅਗਰ 2022 'ਚ ਕੰਪੇਨ ਕਮੇਟੀ ਦਾ ਮੁਖੀ ਬਦਲ ਗਿਆ, ਚੋਣਾਂ ਟਿਕਟਾਂ ਦੇਣ ਵਾਲੀ ਕਮੇਟੀ ਬਦਲ ਗਈ, ਫਿਰ ਕਿਹਨੇ ਪੁੱਛਣਾ ਜੀ ਵੀ ਖਹਿਰਾ ਸਾਹਿਬ ਤੁਹਾਡੇ ਨਾਲ ਕੀ ਵਾਅਦੇ ਹੋਏ ਸੀ? ਉਦੋਂ ਦੀਆਂ ਹਾਲਾਤਾਂ ਨੂੰ ਦੇਖਿਆ ਜਾਊਗਾ। ਔਰ ਮੈਨੂੰ ਲੱਗਦਾ ਸੁਖਪਾਲ ਖਹਿਰਾ, ਉਹ ਆਪਣੇ ਭਦੌੜ ਵਾਲੇ ਪਿਰਮਲ ਸਿੰਘ ਖਾਲਸਾ ਜੀ ਔਰ ਜਗਦੇਵ ਸਿੰਘ ਕਮਾਲੂ ਜੀ, ਜਦੋਂ ਟਿਕਟਾਂ ਦੀ ਵਾਰੀ ਆਉਣੀ ਹੈ ਨਾ, ਅਗਰ ਤਾਂ ਇਹਨਾਂ ਨਾਲ ਕਮਿਟਮੈਂਟ ਕੋਈ ਲਿਖਤ ਐਗਰੀਮੈਂਟ ਹੋ ਗਿਆ ਵੀ ਕਾਂਗਰਸ ਪ੍ਰਧਾਨ ਨੇ ਕੋਈ ਲਿਖ ਕੇ ਐਗਰੀਮੈਂਟ ਕਰਤਾ ਇਹਨਾਂ ਨਾਲ ਵੀ ਤੁਹਾਨੂੰ ਅਸੀਂ ਟਿਕਟਾਂ ਦੇਵਾਂਗੇ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਉਹ ਐਗਰੀਮੈਂਟ ਤੁਸੀਂ ਜ਼ਰੂਰ ਸੰਭਾਲ ਕੇ ਰੱਖੋ, ਕਿਤੇ ਕਈ ਵਾਰੀ ਉਹ ਪਾਣੀ ਪੂਣੀ ਦਾ ਛੱਟਾ ਪੈ ਕੇ ਖਰਾਬ ਹੋ ਜਾਂਦੇ, ਫੋਟੋ ਸਟੇਟ ਕਰਾ ਲਓ ਐਗਰੀਮੈਂਟਸ। ਅਗਰ ਨਹੀਂ ਹੋਏ ਤੇ ਫਿਰ ਇਹ ਕੁਝ ਵੀ ਹੋ ਸਕਦਾ, ਟਿਕਟ ਮਿਲ ਵੀ ਸਕਦੀ, ਟਿਕਟ ਨਹੀਂ ਵੀ ਮਿਲ ਸਕਦੀ। ਇਹ ਸੁਖਪਾਲ ਖਹਿਰਾ ਉਹਨਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ, ਕਿਉਂਕਿ ਕਈ ਲੋਕ ਵਿਰੋਧੀ ਸੁਰਾਂ ਚੱਕਣ ਲੱਗ ਗਏ ਵੀ ਜਿਹੜੇ ਲੋਕ ਅੱਜ ਕਾਂਗਰਸ 'ਚ ਆਏ ਤੁਸੀਂ ਪਹਿਲਾਂ ਹੀ ਉਹਨਾਂ ਨੂੰ ਟਿਕਟ ਦੀ ਕਮਿਟਮੈਂਟ ਕਰਤੀ। ਔਰ ਸੁਖਪਾਲ ਖਹਿਰਾ ਤਾਂ ਇੱਕ ਵਾਰੀ ਭੁਲੱਥ 'ਚੋਂ ਹਾਰੇ ਵੀ ਨੇ, ਇੱਕ ਵਾਰ ਜਿੱਤੇ ਵੀ ਨੇ, 2 ਵਾਰ ਜਿੱਤੇ ਭੁਲੱਥ 'ਚੋਂ, ਪਰ ਇਸ ਵਾਰ ਹੋਰ ਵੀ ਤਾਂ ਉੱਥੇ ਲੀਡਰ ਤਿਆਰ ਹੋਏ ਨੇ ਨਾ। ਉਹ ਕਹਿੰਦੇ ਅਸੀਂ ਵੀ ਚੋਣ ਲੜਨੀ ਹੈ, ਇਹ ਨਾ ਹੋਵੇ ਸੁਖਪਾਲ ਖਹਿਰਾ ਨੂੰ ਕੋਈ ਕਾਂਗਰਸ ਦਾ ਬਾਗੀ ਟੱਕਰ ਜੇ, ਫਿਰ ਉੱਥੇ ਆਮ ਆਦਮੀ ਪਾਰਟੀ ਵਾਲੇ ਵੀ ਖਿਲਾਫ ਹੋਣੇ ਹੁਣ ਸੁਖਪਾਲ ਖਹਿਰਾ ਦੇ। ਸੋ ਜਿੱਤਣਾ ਵੀ ਐਡਾ ਆਸਾਨ ਨਹੀਂ, ਪਰ ਮੈਨੂੰ ਹੈਰਾਨੀ ਜ਼ਰੂਰ ਹੋਈ ਸੁਖਪਾਲ ਖਹਿਰਾ ਦੇ ਇਸ ਫੈਸਲੇ ਨਾਲ। ਅਗਰ ਸੁਖਪਾਲ ਖਹਿਰਾ ਨਾ ਕਾਹਲੀ ਕਰਦੇ ਤੇ ਸੁਖਪਾਲ ਖਹਿਰਾ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ। ਉਂਝ ਲੀਡਰ ਸੁਖਪਾਲ ਖਹਿਰਾ ਚੰਗੇ ਨੇ, ਪਰ ਕਾਂਗਰਸ 'ਚ ਜਾ ਕੇ ਉਹਨਾਂ ਦੀ ਪਰਫਾਰਮੈਂਸ ਕਿੱਦਾਂ ਦੀ ਰਹਿੰਦੀ ਹੈ ਗਗਨ, ਸਵਾਲ ਤਾਂ ਇਹ ਦੇਖਣ ਵਾਲਾ ਰਹੂਗਾ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਜਿਹੜੀ ਪੋਸਟਰ ਵਾਰ ਸ਼ੁਰੂ ਹੋਈ ਹੈ ਸੁਖਪਾਲ ਸਿੰਘ ਖਹਿਰਾ ਦੇ ਆਲੇ ਦੁਆਲੇ ਵੀ ਘੁੰਮਣ ਲੱਗੀ ਹੈ, ਕਈ ਰਿਸ਼ਤਿਆਂ ਦਾ ਜ਼ਿਕਰ ਵੀ ਉਹਨਾਂ ਦੇ ਜਿਹੜੇ ਪੋਸਟਰਾਂ ਦੇ ਵਿੱਚ ਹੁੰਦਾ। ਸੋ ਇਹ ਜ਼ਰੂਰ ਹੈ ਕਿ ਕਈਆਂ ਦੇ ਉੱਤੇ ਉਹਨਾਂ ਨੇ ਇਸ ਚੀਜ਼ ਦੇ ਆਰੋਪ ਵੀ ਲਗਾਏ ਨੇ, ਸੋ ਕਈ ਇੰਟਰਵਿਊਆਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕਰ ਗਏ ਨੇ ਉਹ। ਤੇ ਡੱਲਾ ਸਾਹਿਬ ਉਧਰ ਦੂਜੇ ਪਾਸੇ ਹੁਣ ਕਿਸਾਨੀ ਅੰਦੋਲਨ ਦੇ ਵੱਲ ਵੀ ਵਧੀਏ, ਕਹਿੰਦੇ ਕਿ ਮਮਤਾ ਬੈਨਰਜੀ ਨੇ ਸੱਦਾ ਮਾਰਿਆ ਰਕੇਸ਼ ਟਕੈਤ ਹੋਣਾ ਨੂੰ। ਕੀ ਲੱਗਦਾ ਜੇ ਰਕੇਸ਼ ਟਕੈਤ ਉੱਥੇ ਜਾਂਦੇ ਨੇ, ਕੋਈ ਵੱਖਰੇ ਕਿਸਮ ਦੀ ਰਣਨੀਤੀ ਸਿਆਸੀ ਤੌਰ ਦੇ ਉੱਤੇ ਰਲ ਮਿਲ ਕੇ ਬਣ ਸਕਦੀ ਹੈ? ਦੇਖੋ, ਤ੍ਰਿਣਮੂਲ ਕਾਂਗਰਸ ਨੇ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੂੰ ਹਰਾਇਆ ਹੈ ਪੱਛਮੀ ਬੰਗਾਲ 'ਚ, ਤ੍ਰਿਣਮੂਲ ਕਾਂਗਰਸ ਦੇ ਹੌਸਲੇ ਬਹੁਤ ਬੁਲੰਦ ਹੈ। ਔਰ ਮਮਤਾ ਬੈਨਰਜੀ ਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਨਾਲ ਸਿਆਸੀ ਧੱਕਾ ਕਰ ਰਹੀ ਹੈ। ਸੋ ਮਮਤਾ ਬੈਨਰਜੀ ਵੀ ਇੱਕ ਕੋਈ ਮੁਕਾਬਲਤਨ, ਕੋਈ ਮੁਕਾਬਲੇ ਵਾਲੀ ਰਣਨੀਤੀ ਤਿਆਰ ਕਰਦੇ ਲੱਗ ਰਹੇ ਨੇ ਮੈਨੂੰ। ਰਕੇਸ਼ ਟਕੈਤ ਉਹਨਾਂ ਨੇ ਕਿਉਂਕਿ ਬਹੁਤ ਜਾ ਕੇ ਪ੍ਰਚਾਰ ਕੀਤਾ ਸੀ ਬੀਜੇਪੀ ਦੇ ਖਿਲਾਫ ਪੱਛਮੀ ਬੰਗਾਲ 'ਚ, ਔਰ ਸ਼ਰੇਆਮ ਕਹਿ ਰਹੇ ਸੀ ਕਿਸਾਨ ਲੀਡਰ ਤਾਂ ਕਿ ਤੁਸੀਂ ਬੀਜੇਪੀ ਨੂੰ ਵੋਟ ਨਾ ਪਾਓ, ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾਓ। ਔਰ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਗਗਨ ਕਿ ਕਿਸਾਨਾਂ ਦਾ ਇਹ ਕਹਿਣਾ ਕਿ ਇੱਕ ਪਾਰਟੀ ਨੂੰ ਵੋਟ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾਓ, ਸਾਡੇ ਇਤਿਹਾਸ 'ਚ ਦੇਸ਼ ਦੇ ਪਹਿਲੀ ਵਾਰੀ ਹੋਇਆ ਔਰ ਬੀਜੇਪੀ ਨੂੰ ਇਹਦਾ ਨੁਕਸਾਨ ਹੋਊਗਾ। ਔਰ ਬੀਜੇਪੀ ਨੂੰ ਨੁਕਸਾਨ ਹੋਇਆ ਕਿਉਂਕਿ ਪੱਛਮੀ ਬੰਗਾਲ 'ਚ ਵੀ ਬਹੁਤ ਵੱਡੀ ਕਿਸਾਨਾਂ ਦੀ ਜਮਾਤ ਹੈ, ਉਹਨਾਂ ਨੇ ਬੀਜੇਪੀ ਦੇ ਖਿਲਾਫ ਵੋਟ ਪਾਈ ਹੈ, ਨਹੀਂ ਤਾਂ ਅੱਜ ਬੀਜੇਪੀ ਦੀ ਸਥਿਤੀ ਇਹ ਥੋੜੀ ਹੋਣੀ ਸੀ। ਇਹਦਾ ਮਤਲਬ ਹੈ 3 ਖੇਤੀ ਕਾਨੂੰਨਾਂ ਤੇ ਬੀਜੇਪੀ ਨੂੰ ਸਮਝਣਾ ਚਾਹੀਦਾ ਹੈ ਕਿ ਪੱਛਮੀ ਬੰਗਾਲ ਦੇ ਕਿਸਾਨਾਂ ਨੇ ਕੀ ਫਤਵਾ ਦਿੱਤਾ ਹੈ।
ਬੀਜੇਪੀ ਵਾਲੇ ਕਹਿੰਦੇ ਸੀ ਅਸੀਂ ਤੁਹਾਨੂੰ ਜਿਹੜਾ 6-6000 ਜਿਹੜਾ ਸਾਲ ਦਾ ਦਿੰਨੇ ਆ 6000 ਰੁਪਈਆ 2-2000 ਰੁਪਏ ਕਿਸ਼ਤਾਂ 4-4 ਮਹੀਨੇ ਵਾਲੀਆਂ, ਅਸੀਂ ਤੁਹਾਨੂੰ 3 ਸਾਲਾਂ ਵਾਲਾ ਇਕੱਠਾ ਦੇ ਦਾਂਗੇ 18000। ਤਾਂ ਵੀ ਉੱਥੋਂ ਦੇ ਕਿਸਾਨਾਂ ਨੇ ਵੋਟਾਂ ਨਹੀਂ ਪਾਈਆਂ। ਇਹਦਾ ਮਤਲਬ ਹੈ ਕਿ ਕਿਸਾਨ 3 ਖੇਤੀ ਕਾਨੂੰਨਾਂ ਦੇ ਜਿਹੜੇ ਲਾਗੂ ਹੋਣ ਤੋਂ ਨਾਰਾਜ਼ ਨੇ। ਕੱਲ 5 ਜੂਨ ਸੀ ਗਗਨ, ਕੱਲ ਪੂਰਾ 1 ਸਾਲ ਹੋ ਗਿਆ 3 ਖੇਤੀ ਕਾਨੂੰਨਾਂ ਨੂੰ। ਔਰ ਇਸੇ ਮੌਕੇ ਤੇ ਤ੍ਰਿਣਮੂਲ ਕਾਂਗਰਸ ਨੇ ਸੱਦਾ ਮਾਰਿਆ। ਮੈਨੂੰ ਲੱਗਦਾ ਮਮਤਾ ਬਨਰਜੀ ਔਰ ਰਕੇਸ਼ ਟਕੈਤ ਹੁਣ ਇੱਕ ਰਣਨੀਤੀ ਬਣਾਉਣਗੇ। ਪੱਛਮੀ ਬੰਗਾਲ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ 'ਚ ਵੀ ਚੋਣਾਂ ਨੇ, ਤੁਰੰਤ ਪੰਜਾਬ 'ਚ ਵੀ ਚੋਣਾਂ ਨੇ, ਹਿਮਾਚਲ ਪ੍ਰਦੇਸ਼ 'ਚ ਵੀ ਚੋਣਾਂ ਨੇ। ਚਲੋ ਪੰਜਾਬ ਤੇ ਉੱਤਰ ਪ੍ਰਦੇਸ਼ ਨੂੰ ਲੈ ਲਈਏ ਤੇ ਮਮਤਾ ਬਨਰਜੀ ਕੋਈ ਸਾਂਝੀ ਰਣਨੀਤੀ ਰਕੇਸ਼ ਟਕੈਤ ਉਹਨਾਂ ਨਾਲ ਮਿਲ ਕੇ ਬਣਾ ਸਕਦੀ ਹੈ ਕਿ ਅਸੀਂ ਇਹਨੂੰ ਕੌਮੀ ਅੰਦੋਲਨ ਨੂੰ ਸਿਆਸੀ ਤੌਰ ਦੇ ਉੱਤੇ ਤਕੜਾ ਕਿਵੇਂ ਕਰੀਏ। ਔਰ ਅਗਰ ਮਮਤਾ ਬਨਰਜੀ ਸਿਆਸੀ ਤੌਰ ਤੇ ਵੀ ਇਸ ਅੰਦੋਲਨ ਨਾਲ ਜੁੜ ਜਾਂਦੇ ਨੇ ਤੇ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਇੱਕ ਬਹੁਤ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਊਗਾ। ਅੱਜ ਮੁਲਕ 'ਚ ਜਿੰਨੇ ਪ੍ਰਸਿੱਧ ਨਰਿੰਦਰ ਮੋਦੀ ਨੇ ਉਨੇ ਹੀ ਪ੍ਰਸਿੱਧ ਬੀਬੀ ਮਮਤਾ ਬਨਰਜੀ ਨੇ, ਕਿਉਂਕਿ ਉਹਨਾਂ ਨੂੰ ਨਰਿੰਦਰ ਮੋਦੀ ਨੂੰ ਹਰਾਤਾ ਪੱਛਮੀ ਬੰਗਾਲ 'ਚ। ਇਸ ਕਰਕੇ ਬੀਬੀ ਮਮਤਾ ਬਨਰਜੀ ਦੀ ਸਿਆਸੀ ਤਾਕਤ ਨੂੰ ਘੱਟ ਸਮਝਣ ਦੀ ਜ਼ਰੂਰਤ ਨਹੀਂ ਹੈ। ਅਗਰ ਰਕੇਸ਼ ਟਕੈਤ ਉਹਨਾਂ ਦੇ ਨਾਲ ਪੱਛਮੀ ਬੰਗਾਲ ਦੀ ਬੀਬੀ ਮਮਤਾ ਬਨਰਜੀ ਆ ਜਾਂਦੇ ਨੇ ਤੇ ਇਹ ਇੱਕ ਬਹੁਤ ਵੱਡੀ ਸਿਆਸੀ ਤਬਦੀਲੀ ਆ ਸਕਦੀ ਹੈ ਔਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਝ ਭਾਜਪਾ ਦੇ ਵਿੱਚ ਤਕੜੇ ਲੀਡਰ ਨੇ, ਪਰ ਮੈਨੂੰ ਫਿਰ ਵੀ ਆਸ ਹੈ ਕਿ ਜ਼ਰੂਰ ਕਿਸਾਨਾਂ ਦਾ ਔਰ ਕੇਂਦਰ ਦੀ ਸਰਕਾਰ ਦਾ ਜਿਹੜਾ ਰੇੜਕ ਹੈ ਉਹ ਕਿਤੇ ਨਾ ਕਿਤੇ ਖਤਮ ਹੋਏਗਾ। ਪਰ ਕੱਲ ਜਿਹੜੇ ਅੰਦੋਲਨ ਹੋਏ ਨੇ 5 ਜੂਨ ਨੂੰ ਗਗਨ, ਉਹਦੇ ਨਾਲ ਮੈਂ ਦੇਖਦਾ ਕਿ ਕਿਸਾਨ ਅੰਦੋਲਨ ਫੇਰ ਤੋਂ ਸੰਗਠਿਤ ਹੋ ਰਿਹਾ ਹੈ ਔਰ ਸਰਕਾਰ ਨੂੰ ਜ਼ਰੂਰ ਹੀ ਦਖਲ ਦੇ ਕੇ ਇਹ ਮਸਲਾ ਨਿਬੇੜਨਾ ਚਾਹੀਦਾ। ਦੇਖੋ ਕੱਲ ਕਈ ਥਾਵਾਂ ਤੇ ਕਿਸਾਨਾਂ ਨੇ ਪ੍ਰੋਟੈਸਟ ਕੀਤੇ। ਉਹ ਇੱਕ ਵਿਧਾਇਕ ਨੇ ਬਬਲੀ ਟੋਹਾਣਾ 'ਚ, ਉੱਥੇ ਪ੍ਰੋਟੈਸਟ ਹੋਇਆ ਕਿਸਾਨਾਂ ਨੇ। ਰਕੇਸ਼ ਟਕੈਤ ਗਏ, ਗੁਰਨਾਮ ਸਿੰਘ ਚਡੂਨੀ ਗਏ, ਕਈ ਲੀਡਰ ਉੱਥੇ ਪਹੁੰਚੇ। ਫਿਰ ਪੰਚਕੂਲੇ 'ਚ ਪੰਜਾਬ ਦੇ ਹਰਿਆਣੇ ਦੇ ਪੰਚਕੂਲੇ 'ਚ ਪ੍ਰੋਟੈਸਟ ਹੋਇਆ। ਉੱਥੋਂ ਦੇ ਵਿਧਾਨ ਸਭਾ ਦੇ ਸਪੀਕਰ ਨੇ ਗੁਪਤਾ ਸਾਹਿਬ, ਉਹਨਾਂ ਦੀ ਕੋਠੀ ਘੇਰਨ ਗਏ ਸੀ ਬਹੁਤ ਸਾਰੇ ਕਿਸਾਨ। ਉੱਥੇ ਪੁਲਿਸ ਤੈਨਾਤ ਕਰਨੀ ਪਈ। ਪੂਰੇ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 5 ਜੂਨ ਨੂੰ ਖੇਤੀ ਕਾਨੂੰਨਾਂ ਦੇ ਲਾਗੂ ਹੋਣ ਦੇ ਦਿਨ ਦੇ ਮੌਕੇ ਤੇ ਕਿਸਾਨਾਂ ਨੇ ਕਾਫੀ ਪ੍ਰਦਰਸ਼ਨ ਕੀਤੇ, ਧਰਨੇ ਮਾਰੇ, ਨਾਅਰੇਬਾਜ਼ੀ ਕੀਤੀ ਬੀਜੇਪੀ ਦੇ ਖਿਲਾਫ। ਔਰ ਇਹਨਾਂ ਸਥਿਤੀਆਂ ਤੋਂ ਬਾਅਦ ਮੈਨੂੰ ਲੱਗਦਾ ਭਾਰਤੀ ਜਨਤਾ ਪਾਰਟੀ ਨੂੰ ਗੰਭੀਰਤਾ ਦੇ ਨਾਲ ਕਿਸਾਨਾਂ ਦੇ ਮਸਲੇ ਨਿਬੇੜਨ ਵਾਲੇ ਪਾਸੇ ਚੱਲਣਾ ਚਾਹੀਦਾ, ਕਿਉਂਕਿ ਇਹ ਜਿੰਨੇ ਮਸਲੇ ਲਟਕਦੇ ਰਹਿਣਗੇ ਗਗਨ, ਓਨੀਆਂ ਸਥਿਤੀਆਂ ਸਿਆਸੀ ਤੌਰ ਤੇ ਬੀਜੇਪੀ ਲਈ ਨੁਕਸਾਨਦਾਇਕ ਹੁੰਦੀਆਂ ਰਹਿਣਗੀਆਂ। ਕਿਉਂਕਿ ਕਿਸਾਨ ਤਾਂ ਇਹ ਕਹਿ ਰਹੇ ਨੇ ਕਿ ਅਸੀਂ 2024 ਤੱਕ ਅੰਦੋਲਨ ਲਈ ਵੀ ਤਿਆਰ ਹਾਂ, ਸਾਡੇ ਕੋਲੇ ਇੰਨਾ ਇੰਤਜ਼ਾਮ ਹੈ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਇੱਕ ਵਾਰੀ ਮੈਂ ਚਾਹੂੰਗਾ ਤੁਸੀਂ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਗੱਲ ਵੀ ਸੁਣਾ ਦਿਓ। ਅਸੀਂ ਸਮਝਦੇ ਹਾਂ ਵੀ ਸਾਨੂੰ ਤਾਂ ਗੁਰੂ ਸਾਹਿਬ ਨੇ ਰਸਤਾ ਐਸਾ ਦਿਖਾਇਆ ਜਿੱਥੇ ਜਾਤ ਪਾਤ ਦੀ ਕੋਈ ਥਾਂ ਹੀ ਨਹੀਂ, ਜਾਤ ਪਾਤ ਦੇ ਨਾਂ ਦੀ। ਇਸ ਕਰਕੇ ਲੋਕਾਂ ਨੂੰ ਸਾਰਿਆਂ ਨੂੰ ਅੱਜ ਤਾਂ ਸਮਾਂ ਇਹੋ ਜਿਹਾ ਆ ਗਿਆ, ਜੇ ਲੋਕ ਇਕਨੋਮਿਕ ਗੱਲ ਸਮਝ ਕੇ ਚੱਲਣਗੇ ਤਾਂ ਉਹਨਾਂ ਦਾ ਬਚਾਅ ਹੈ। ਜੇ ਇੱਦਾਂ ਕਾਸਟ, ਧਰਮ, ਰੀਜਨ ਇਸ ਤਰ੍ਹਾਂ ਦੀ ਗੱਲ ਕਰਨਗੇ ਤਾਂ ਨੁਕਸਾਨ ਹੋਏਗਾ। ਸੋ ਇੱਕ ਗੱਲ ਇਹ ਆ, 7 ਸਾਲ ਦਾ ਕਾਰਜ ਜਿਹੜਾ ਸਰਕਾਰ ਦਾ ਪੂਰਾ ਹੀ ਨਿਕੰਮਾ ਕਾਰਜ ਸਾਬਤ ਹੋਇਆ। 26 ਮਈ ਨੂੰ ਆਪਾਂ ਕਾਲਾ ਦਿਵਸ ਮਨਾਇਆ। ਇਹ ਸਰਕਾਰ ਦਾ ਇਹ ਗੱਲ ਆ ਕਿ 7 ਸਾਲਾਂ 'ਚ ਜਿਸ ਦਿਨ ਤੋਂ ਸ਼ੁਰੂ ਹੋਇਆ ਨੋਟਬੰਦੀ, GST, ਪਹਿਲਾਂ ਤਾਂ ਨੋਟਬੰਦੀ 'ਚ ਲੋਕ ਮਾਰੇ, ਲਾਈਨਾਂ 'ਚ ਖੜ ਕੇ ਮਰਿਆ ਕੌਣ? ਤੁਹਾਡੇ ਮੇਰੇ ਬਾਪ, ਇਹਨਾਂ ਦੇ ਨਹੀਂ ਵੱਡੇ ਘਰਾਣਿਆਂ ਦੇ ਮਰੇ। ਫਿਰ GST 'ਚ ਵਪਾਰੀ ਗਰੀਬ GST ਮਾਰੇ ਗਏ, GST ਦੇ ਵਿੱਚ ਛੋਟੇ ਵਪਾਰੀ ਮਾਰੇ ਗਏ। ਫਿਰ ਉਸ ਤੋਂ ਬਾਅਦ ਸਿਟੀਜ਼ਨ ਅਮੈਂਡਮੈਂਟ, NPRC, ਫਿਰ ਉਸ ਤੋਂ ਬਾਅਦ ਧਾਰਾ 370, ਫਿਰ ਕਰੋਨਾ, ਫਿਰ ਕਾਲੇ ਕਾਨੂੰਨ, ਹੁਣ ਫਿਰ ਕਰੋਨਾ। ਸੋ ਇਸ ਕਰਕੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਸੀਂ ਡਟ ਕੇ ਪਹਿਰਾ ਦਿੱਤਾ ਹੋਇਆ। 6 ਮਹੀਨੇ ਹੋ ਗਏ, ਦਿੱਲੀ ਚਾਹੇ 6 ਹੋਰ ਹੋ ਜਾਣ, ਚਾਹੇ 24 ਤੱਕ ਲੜੀਏ। ਸੋ ਇਹ ਕਿਸਾਨ ਆਗੂਆਂ ਨੇ ਵੱਖੋ ਵੱਖਰੇ ਪ੍ਰਤੀਕਰਮ ਜਿਹੜੇ ਪੂਰੇ ਭਾਰਤ ਦੇ ਵਿੱਚ ਕੱਲ੍ਹ ਦਿੱਤੇ ਨੇ। ਸੋ ਕੱਲ੍ਹ ਦਾ ਦਿਨ ਕਿਸਾਨਾਂ ਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹੁਲਾਰੇ ਵਾਲਾ ਰਿਹਾ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੱਡੇ ਐਲਾਨ ਕਰਨ ਦੀ ਵੀ ਗੱਲ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤੀ ਗਈ ਹੈ। ਤੇ ਡੱਲਾ ਸਾਹਿਬ ਉਧਰ ਕੱਲ੍ਹ ਬੀਤੇ ਦਿਨੀ ਜਦੋਂ ਬੀਬਾ ਨਵਜੋਤ ਕੌਰ ਸਿੱਧੂ ਪ੍ਰੈਸ ਕਾਨਫਰੰਸ ਕਰ ਰਹੀ ਸੀ, ਉਹਨਾਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਅਜਿਹੀਆਂ ਗੱਲਾਂ ਦਾ ਜ਼ਿਕਰ ਕਰਤਾ ਜਿਨ੍ਹਾਂ ਨੂੰ ਲੈ ਕੇ ਪੰਜਾਬ ਸਰਕਾਰ ਕਟਘਰੇ ਦੇ ਵਿੱਚ ਆ ਕੇ ਖੜੀ ਕਰਤੀ। ਉਹਨਾਂ ਨੇ ਕਈ ਸਵਾਲ ਲਾਏ ਨੇ ਜੋ ਪੰਜਾਬ ਸਰਕਾਰ ਦੇ ਉੱਤੇ ਲੱਗਦੇ ਨੇ ਕਿ ਕਈ ਤਰੀਕਿਆਂ ਦੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ, ਚਾਹੇ ਉਹ ਦਵਾਈਆਂ ਨੂੰ ਲੈ ਕੇ ਹੋਵੇ ਜਾਂ ਫਿਰ ਹੋਰ ਪ੍ਰਬੰਧਾਂ ਨੂੰ ਆਰਥਿਕਤਾ ਦੇ ਤੌਰ ਦੇ ਉੱਤੇ। ਦੇਖੋ ਬੀਬੀ ਨਵਜੋਤ ਕੌਰ ਸਿੱਧੂ ਸਰਗਰਮ ਹੈ ਪੂਰੀ। ਕੱਲ ਵੀ ਉਹ ਪਟਿਆਲਾ ਦੇ ਵਿੱਚ ਹੀ ਸੀ, ਪਟਿਆਲਾ 'ਚੋਂ ਲਗਾਤਾਰ ਸਰਗਰਮ ਨੇ। ਜਦੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਹੋ ਰਹੇ ਸੀ ਤੇ ਫਿਰ ਖੁੱਲ੍ਹ ਕੇ ਉਹਨਾਂ ਨੇ ਪ੍ਰਨੀਤ ਕੌਰ ਦੇ ਵਿਸ਼ੇ ਤੇ ਵੀ ਗੱਲ ਕੀਤੀ
ਔਰ ਨਵਜੋਤ ਸਿੰਘ ਸਿੱਧੂ ਦੇ ਵਿਸ਼ੇ ਤੇ ਵੀ ਗੱਲ ਕੀਤੀ ਔਰ ਨਵਜੋਤ ਸਿੰਘ ਸਿੱਧੂ ਦੇ ਉਹਨਾਂ ਦਾਅਵਿਆਂ ਤੇ ਵੀ ਗੱਲ ਕੀਤੀ ਵੀ ਕਿਵੇਂ ਨਵਜੋਤ ਸਿੰਘ ਸਿੱਧੂ ਚਾਹੁੰਦਾ ਸੀ ਵੀ ਅਸੀਂ ਆਰਥਿਕ ਤੌਰ ਤੇ ਪੰਜਾਬ ਨੂੰ ਮਜ਼ਬੂਤ ਕਰੀਏ ਤੇ ਕੀਤਾ ਜਾ ਸਕਦਾ। ਉਹਨਾਂ ਨੇ ਫਿਰ ਇੱਕ ਤਰੀਕੇ ਨਾਲ ਉਹਨਾਂ ਨੇ ਆਰਥਿਕਤਾ ਮਜ਼ਬੂਤ ਕਰਨ ਲਈ ਗੱਲ ਕੀਤੀ ਵੀ ਸ਼ਰਾਬ ਨਾਲ ਹੀ ਕਿਵੇਂ 35,000 ਕਰੋੜ ਰੁਪਏ ਦਾ ਇੱਕ ਵਿਜ਼ਨ ਬਣਾਇਆ ਜਾ ਸਕਦਾ ਹੈ, ਇੱਕ ਯੋਜਨਾ ਬਣਾਈ ਜਾ ਸਕਦੀ ਹੈ ਕਿ ਅਸੀਂ ਸਰਕਾਰ ਨੂੰ ਸ਼ਰਾਬ ਨੂੰ ਸਰਕਾਰੀ ਤੌਰ ਤੇ ਵੇਚੀਏ, ਚੋਰੀ ਰੁਕੇ ਤੇ 35,000 ਕਰੋੜ ਦਾ ਮਾਲੀਆ ਪੰਜਾਬ ਨੂੰ ਪ੍ਰਾਪਤ ਹੋਵੇ ਤੇ ਲੋਕਾਂ ਨੂੰ ਰੁਜ਼ਗਾਰ ਮਿਲਣ। ਦੇਖੋ ਰੁਜ਼ਗਾਰ ਦੇਣ ਵਾਲੀ ਸਕੀਮ ਤਾਂ ਸਾਨੂੰ ਲਾਉਣੀ ਪੈਣੀ ਹੈ ਔਰ ਆ ਠੇਕਿਆਂ ਠੂਕਿਆਂ ਨੂੰ ਨਿਲਾਮੀ ਕਰਨਾ ਇਹ ਕੋਈ ਤਰੀਕਾ ਨਹੀਂ ਰਹਿ ਗਿਆ। ਇਹ ਸਰਕਾਰੀ ਪ੍ਰਬੰਧਾਂ ਦੇ ਵਿੱਚ ਇਹ ਚੀਜ਼ ਜਾਊਗੀ ਤਾਂ ਹੀ ਸਰਕਾਰ ਦਾ ਖਜ਼ਾਨਾ ਜਿਹੜਾ ਭਰੂਗਾ। ਬਾਕੀ ਉਹਨਾਂ ਨੇ ਕਈ ਮਸਲਿਆਂ ਤੇ ਗੱਲ ਕੀਤੀ, ਤੁਸੀਂ ਸੁਣਾ ਵੀ ਦਿਓ। ਸਿੱਧੂ ਦੀ ਬਿਮਾਰੀ ਤੇ ਵੀ ਬੋਲੇ ਨਵਜੋਤ ਕੌਰ ਸਿੱਧੂ। ਕਈ ਲੋਕ ਮਜ਼ਾਕ ਕਰ ਰਹੇ ਸੀ ਵੀ ਸਿੱਧੂ ਅੰਮ੍ਰਿਤਸਰ ਛੱਡ ਕੇ ਭੱਜ ਗਿਆ, ਕਿਸੇ ਨੇ ਉੱਥੇ ਪੋਸਟਰ ਲਾਤੇ। ਬੀਬੀ ਪ੍ਰਨੀਤ ਕੌਰ ਕਹਿੰਦੇ ਸਿੱਧੂ ਨੂੰ ਅੰਮ੍ਰਿਤਸਰ ਜਾਣਾ ਚਾਹੀਦਾ, ਉਹ ਪਟਿਆਲੇ ਕੀ ਕਰਦਾ। ਨਵਜੋਤ ਕੌਰ ਨੇ ਦੱਸਤਾ ਵੀ ਉਹ ਤਾਂ ਬਿਮਾਰ ਹੈ, ਪਿਛਲੇ 2 ਮਹੀਨਿਆਂ ਤੋਂ ਉਹਦੀ ਇੱਕ ਵਾਰੀ ਸਰਜਰੀ ਹੋਈ ਹੈ ਔਰ ਲੀਵਰ ਨੂੰ ਇੱਕ ਵਾਰੀ ਕਾਫੀ ਖਤਰਾ ਖੜਾ ਹੋ ਗਿਆ ਸੀ। 2 ਵਾਰ ਸਿੱਧੂ ICU 'ਚ ਰਿਹਾ ਔਰ ਇਹ ਵੀ ਦੱਸਤਾ ਨਾਲ ਦੀ ਨਾਲ, ਕਿਉਂਕਿ ਪੱਤਰਕਾਰ ਸਵਾਲ ਕਰ ਰਹੇ ਸੀ ਨਵਜੋਤ ਕੌਰ ਸਿੱਧੂ ਨੇ ਕਿ ਸਰਕਾਰ ਤੋਂ ਪੈਸਾ ਨਹੀਂ ਲਿਆ ਔਰ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ। ਦੇਖੋ ਵੀ ਸਿੱਧੂ 2 ਮਹੀਨੇ ਦਾ ਬਿਮਾਰ ਹੈ, ਭਾਵੇਂ ਉਹ ਟਵੀਟ ਕਰੀ ਜਾਂਦਾ ਸੀ ਬੈੱਡ ਤੇ ਪਿਆ, ਰੈਸਟ ਕਰ ਰਿਹਾ ਸੀ, ਨਾਲੇ ਆਪਣੀ ਸਿਹਤ ਦਾ ਖਿਆਲ ਰੱਖ ਰਿਹਾ ਸੀ। ਸਰਜਰੀ ਹੋਈ। ਸੋ ਜਿਹੜਾ ਨਾਮ ਹੈ ਮੈਂ ਦੱਸਦਾ ਕਿ ਉਹ ਬਿਮਾਰੀ ਕਿਹੜੀ ਹੈ ਜਿਹੜੀ ਨਵਜੋਤ ਸਿੰਘ ਸਿੱਧੂ ਨੂੰ ਹੋਈ ਹੈ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ। ਅੰਗਰੇਜ਼ੀ ਦਾ ਨਾਮ ਹੈ, ਤਕਨੀਕੀ ਤੌਰ ਦੇ ਉੱਤੇ ਤਾਂ ਚਲੋ ਬਹੁਤਾ ਮੈਂ ਨਹੀਂ ਦੱਸ ਸਕੂੰਗਾ। ਇਹ ਹੈ ਜੀ ਥ੍ਰੋਮਬੋਐਂਬੋਲਿਜ਼ਮ ਥ੍ਰੋਮਬੋਐਂਬੋਲਿਜ਼ਮ ਇਹ ਹੈ ਜੀ ਥ੍ਰੋਮਬੋਐਂਬੋਲਿਜ਼ਮ। ਇਹ ਇੱਕ ਤਰੀਕੇ ਦੀ ਇਹ ਬਿਮਾਰੀ ਹੈ ਜਿਹੜੀ ਨਾੜੀਆਂ ਨੂੜੀਆਂ ਨਾਲ ਸੰਬੰਧਿਤ ਹੈ ਜੀ। ਕਲੌਟ, ਬਲੱਡ ਕਲੌਟ ਬਣ ਜਾਂਦਾ, ਕਹਿੰਦੇ ਸਾਹ ਦੀ ਦਿੱਕਤ, ਫੁੱਫੜਿਆਂ ਦੀ ਦਿੱਕਤ। ਦੇਖੋ ਸਿੱਧੂ ਨੂੰ ਪਹਿਲਾਂ ਵੀ ਸਮੱਸਿਆ ਆਈ ਸੀ ਜਦੋਂ ਭਾਸ਼ਣ ਦੇ ਰਿਹਾ ਸੀ ਉਹ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਲਈ, ਥਾਂ ਤੇ ਜਹਾਜ਼ ਕਰਕੇ ਜਦੋਂ ਉਹਨੂੰ ਭੇਜਿਆ ਸੀ ਉਦੋਂ ਗੱਲਾਂ ਆਈਆਂ ਸੀ ਵੀ ਸਿੱਧੂ ਨੇ, ਡਾਕਟਰਾਂ ਨੇ ਰੋਕਤਾ ਵੀ ਹੁਣ ਸਿੱਧੂ ਸਾਹਿਬ ਬੋਲਿਓ ਨਾ, ਵੀ ਜੇ ਤੁਸੀਂ ਭਾਸ਼ਣ ਕੀਤਾ ਤੇ ਹਮੇਸ਼ਾ ਲਈ ਤੁਹਾਡੀ ਆਵਾਜ਼ ਤੇ ਖਤਰਾ ਖੜਾ ਹੋ ਸਕਦਾ। ਸੋ ਇਸ ਕਰਕੇ ਉਹ 2 ਮਹੀਨਿਆਂ ਤੋਂ ਬਿਮਾਰ ਚੱਲ ਰਿਹਾ, ਜੋ ਕਰ ਸਕਦਾ ਕਰ ਵੀ ਰਿਹਾ ਤੇ ਉਹਦਾ ਟ੍ਰੀਟਮੈਂਟ ਵੀ ਨਵਜੋਤ ਸਿੰਘ ਸਿੱਧੂ ਦਾ ਚੱਲ ਰਿਹਾ। ਸੋ ਜ਼ਰੂਰ ਅਸੀਂ ਅਰਦਾਸ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੀ ਜਲਦ ਠੀਕ ਹੋਣ ਔਰ ਸਾਰੇ ਸਾਡੇ ਪੰਜਾਬੀ ਜਿਹੜੇ ਕਿਸੇ ਨਾ ਕਿਸੇ ਰੂਪ 'ਚ ਬਿਮਾਰ ਨੇ ਜਾਂ ਕੋਵਿਡ ਦੇ ਨਾਲ ਪਰੇਸ਼ਾਨ ਨੇ, ਉਹ ਸਾਰਿਆਂ ਨੂੰ ਰੱਬ ਜਲਦ ਤੰਦਰੁਸਤੀ ਤੇ ਲੰਬੀ ਉਮਰ ਦੇਵੇ। देखो वो टाइम आने पे जाहिर करांगे, ठीक है ना। हाँ नहीं, उन्होंने थ्रोम्बोएम्बोलिज्म ਤੁਹਾਨੂੰ ਪਤਾ ਲਾਈਫ ਥ੍ਰੈਟਨਿੰਗ ਡਿਜ਼ੀਜ਼ ਸੀਗੀ। ਉਸ ਤੋਂ ਬਾਅਦ ਉਹਨਾਂ ਨੂੰ ਕੰਪਲਿਕੇਸ਼ਨਸ ਆਈਆਂ, ਉਹਨਾਂ ਦੀ ਇੱਕ ਸਰਜਰੀ ਹੋਈ ਜਿਹਦੇ ਲਈ 2 ਮਹੀਨੇ ਉਹਨਾਂ ਨੂੰ ਬੈੱਡ ਰੈਸਟ ਚਾਹੀਦਾ ਸੀਗਾ। ਮੈਂ ਪਟਿਆਲੇ ਦੀ ਹੋਣ ਕਰਕੇ, ਮੇਰੇ ਸਾਰੇ ਡਾਕਟਰਸ ਇੱਥੇ ਦੇ ਹੋਣ ਕਰਕੇ ਮੈਂ ਉਹਨਾਂ ਨੂੰ ਇੱਥੇ ਬੁਲਾਇਆ। ਲਿਵਰ ਉਹਨਾਂ ਦਾ 3rd ਗ੍ਰੇਡ ਚਲੇ ਗਿਆ ਸੀਗਾ, ਹਜੇ ਕਿ ਉਹ ਵੈਜੀਟੇਰੀਅਨ ਹੈ, टीटोटलर है। ਥ੍ਰੋम्बोसिस ਤੇ ਐम्बोलिज्म ਦੀ ਦਵਾਈ ਛੱਡਣ ਲਈ ਤੁਹਾਨੂੰ ਪੂਰੀ ਡਾਈਟ चेंज ओवर चाहिए सीगा, किन्ने ऑयल्स बंद करने हैं, किन्ने वो एक लाइफ थ्रेटनिंग डिजीज़ है। बंदे नूं 2 बार वो ICU च जमा हो चुके हैं। सिद्धू परिवार ने 2004 तो बाद अज तक 2 बार मैं सीरीयस हुई, एम्स ते अपोलो च दाखिल हुई, 2 बार वो अपोलो च दाखिल हुए। परिवार बीमार होया, 1 रुपया भी दस दो सरकार तो लिता होवे, कोई मैनू पॉलिटिशियन दिखा दो जिन्हें फंड सरकारी नाल लिता होवे, क्योंकि सानू लग्या भी साडे कोल पैसे हैं, असीं ये लोकां दे पैसिਆਂ नाल अपने इलाज नहीं करने, असीं सरकारी फंड चों इलाज नहीं कराए दा मतलब ये नहीं भी असीं बीमार नहीं हुंदे। ते साडा घर है 1960 दा बनिया होया है ते साडा हक है अपने घर जाके रहन दा ते अपना इलाज कराउण दा। ਡੇਲਾ ਸਾਹਿਬ, ਉੱਧਰ ਹੁਣ ਪੰਜਾਬ ਦੇ ਵਿੱਚ ਇੱਕ ਟੀਕਿਆਂ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਪੈਦਾ ਹੋਈ ਹੈ ਕਿ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੀ ਲਗਾਤਾਰ ਆਰੋਪ ਲੱਗ ਰਹੇ ਨੇ ਪੰਜਾਬ ਸਰਕਾਰ ਦੇ ਉੱਤੇ। ਉਹ ਪੁਰੀ ਸਾਹਿਬ ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਵੀ ਕਈ ਜਿਹੜੇ ਆਰੋਪ ਲਾਏ ਨੇ ਤੇ ਉੱਧਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਕਹਿਤਾ ਕਿ ਅਸੀਂ 7 ਤਰੀਕ ਨੂੰ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਉਹਨਾਂ ਦੇ ਘਰ ਨੂੰ ਘੇਰਾਂਗੇ, ਕਿਉਂਕਿ ਪੰਜਾਬ ਦੇ ਵਿੱਚ ਟੀਕਿਆਂ ਨੂੰ ਲੈ ਕੇ ਬਹੁਤ ਵੱਡੀ ਧਾਂਦਲੀ ਹੋਈ ਹੈ। ਇਹਨੂੰ ਲੈ ਕੇ ਅਨਿਲ ਸਰੀਨ ਨੇ, ਲੁਧਿਆਣਾ ਤੋਂ ਪ੍ਰਵਕਤਾ ਨੇ ਜਿਹੜੇ ਭਾਜਪਾ ਦੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ। ਕੀ ਲੱਗਦਾ ਹੈ ਹੁਣ ਮਸਲਾ ਕਿੰਨਾ ਕੁ ਗੰਭੀਰ ਹੁੰਦਾ ਜਾ ਰਿਹਾ? ਨਹੀਂ, ਇਹ ਮਸਲਾ ਤਾਂ ਗੰਭੀਰ ਹੈ। ਮੈਂ ਬੜਾ ਹੈਰਾਨ ਹਾਂ, ਪੰਜਾਬ ਸਰਕਾਰ 400 ਰੁਪਏ 'ਚ ਕਹਿੰਦੇ ਕਿ ਇੰਜੈਕਸ਼ਨ ਆਉਂਦਾ ਹੈ ਤੇ ਉਹ ਪ੍ਰਾਈਵੇਟ ਹਸਪਤਾਲਾਂ ਨੂੰ ਐਡੀ ਵੱਡੀ ਡੋਜ਼ ਦੇਤੀ, ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਟੀਕੇ ਲਵਾਉਣ ਨੂੰ ਹੈ ਨਹੀਂ। ਦੇਖੋ ਕਈ ਥਾਵਾਂ ਤੇ ਟੀਕੇ ਨਹੀਂ ਲੱਗ ਰਹੇ। ਕੱਲ ਮੈਨੂੰ ਕਿਸੇ ਦਾ ਫੋਨ ਆਇਆ ਬਰਨਾਲੇ ਵਾਲੇ ਪਾਸਿਓਂ ਵੀ ਉੱਥੇ ਟੀਕੇ ਨਹੀਂ ਉਪਲਬਧ ਹੈਗੇ। ਤੁਸੀਂ 400 ਰੁਪਏ ਦਾ ਟੀਕਾ ਅਗਰ ਤੁਹਾਨੂੰ ਮਿਲ ਰਿਹਾ ਤੇ ਤੁਸੀਂ ਇਹ ਸੁਨਿਸ਼ਚਿਤ ਕਰੋ ਕਿ ਉਹ ਟੀਕਾ ਜਿਹੜਾ ਹੈਗਾ, ਪਹਿਲਾਂ ਤਾਂ ਤੁਸੀਂ ਸਰਕਾਰ ਵੱਲੋਂ ਮੁਫਤ ਟੀਕਾ ਲੱਗਣਾ ਚਾਹੀਦਾ। ਤੁਸੀਂ ਟੈਕਸ ਪੈਟਰੋਲ ਤੇ ਲਈ ਜਾਂਦੇ ਹੋ, ਡੀਜ਼ਲ ਤੇ ਲਈ ਜਾਂਦੇ ਹੋ, ਰੋਟੀ ਢਾਬੇ ਤੋਂ ਖਾਓ ਤੇ ਟੈਕਸ ਲਈ ਜਾਂਦੇ ਹੋ, ਸਾਹ ਲੈਣ ਤੇ ਤਾਂ ਟੈਕਸ ਹੈ ਗਗਨ, ਹਰ ਤਰ੍ਹਾਂ ਦਾ ਟੈਕਸ ਹੈ।
ਤੇ ਤੁਸੀਂ ਟੀਕਾ ਇਹੋ ਜੀ ਮਹਾਮਾਰੀ ਦਾ ਜ਼ਿੰਮੇਵਾਰੀ ਹੈ ਸਰਕਾਰਾਂ ਦੀ। ਆਪਾਂ ਸਰਕਾਰ ਕਾਹਦੇ ਲਈ ਚੁਣਦੇ ਹਾਂ ਗਗਨ? ਆਪਾਂ ਸਰਕਾਰ ਇਸ ਲਈ ਥੋੜੀ ਚੁਣਦੇ ਹਾਂ ਵੀ ਗਿਣੇ ਚੁਣੇ ਜਿਹੜੇ ਲੀਡਰ ਨੇ ਹਾਂਜੀ ਉਹ ਇੱਕ ਆਪਣਾ ਉੱਚ ਕੋਟੀ ਦਾ ਜੀਵਨ ਜੀ ਲੈਣ, ਸਹੂਲਤਾਂ ਦਾ ਆਨੰਦ ਮਾਣਨ। ਸਰਕਾਰ ਇਸ ਕਰਕੇ ਚੁਣਦੇ ਹਾਂ ਕਿ ਆਮ ਲੋਕਾਂ ਦੇ ਲਈ ਇੱਕ ਬਰਾਬਰਤਾ ਦਾ ਨਿਯਮ ਲਾਗੂ ਹੋਵੇ ਕਿ ਜੇ ਕੋਈ ਲੋਕ ਗਰੀਬ ਨੇ ਉਹਨਾਂ ਨੂੰ ਟੀਕੇ ਮੁਫਤ 'ਚ ਲੱਗਣ। ਹੋਣਾ ਕੀ ਚਾਹੀਦਾ? ਟੀਕਾ ਸਾਰਿਆਂ ਲਈ ਮੁਫਤ 'ਚ ਉਪਲਬਧ ਹੋਣਾ ਚਾਹੀਦਾ। ਫਿਰ ਹਸਪਤਾਲਾਂ 'ਚ ਵੀ ਹੋਵੇ, ਜਿਹਨੇ ਪੈਸੇ ਦੇ ਕੇ ਲਵਾਉਣਾ ਆਪਣਾ ਪੈਸੇ ਦੇ ਕੇ ਲਵਾ ਲੇ ਪ੍ਰਾਈਵੇਟ ਹਸਪਤਾਲ 'ਚ ਜਾ ਕੇ, ਜਿਹਨੂੰ ਇਹ ਲੱਗਦਾ ਵੀ ਮੈਂ ਪੋਲੇ ਗੱਦੇ ਤੇ ਬਹਿ ਕੇ ਲਵਾਉਣਾ ਉੱਥੇ ਲਵਾ ਲੇ। ਵੈਸੇ ਤਾਂ ਹੁਣ ਸਰਕਾਰੀ ਹਸਪਤਾਲਾਂ 'ਚ ਵੀ ਗੱਦੇ ਸਾਰੇ ਪੋਲੇ ਆ। ਸੋ ਇਸ ਕਰਕੇ ਇਹ ਇੱਕ ਬਹੁਤ ਸੋਚ ਵਿਚਾਰ ਵਾਲਾ ਵਿਸ਼ਾ ਸੀ। 400 ਰੁਪਏ ਦਾ ਟੀਕਾ ਕਹਿੰਦੇ 1060 ਦਾ ਪ੍ਰਾਈਵੇਟ ਨੂੰ ਦਿੱਤਾ, ਉਹ 1560 ਦਾ ਚੱਕੀ ਜਾਂਦੇ ਮੀਟਰ। 1500 ਰੁਪਏ ਦਾ ਇੱਕ ਟੀਕਾ, ਜਿਸ ਘਰ 'ਚ 2-3 ਜੀ ਨੇ 45-5000 ਦਾ ਖਰਚਾ। ਲੋਕਡਾਊਨ ਤੁਸੀਂ ਲਾਇਆ ਹੋਇਆ, ਕੰਮ ਲੋਕਾਂ ਦੇ ਬੰਦ ਹੋਏ ਪਏ ਨੇ, ਆਰਥਿਕਤਾ ਹੈ ਨਹੀਂ। ਮੋਦੀ ਸਾਹਿਬ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇਖੋ ਕਿੱਥੇ ਲੈ ਗਏ ਮੋਦੀ ਸਾਹਿਬ। ਰਹੀ ਸਹੀ ਕਸਰ ਪੰਜਾਬ ਦੀ ਸਰਕਾਰ ਨੇ ਕੱਢਤੀ, ਹਰ ਚੀਜ਼ ਤੇ ਟੈਕਸ ਇੰਨਾ, ਤੇ ਕਿੱਥੋਂ ਲੋਕ ਟੀਕੇ ਲਵਾਉਣਗੇ? ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਐਡਾ ਦਬਾਅ ਪਿਆ। ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਤੀ, ਤਰੁਣ ਚੁੱਗ ਦਾ ਬਿਆਨ ਆ ਗਿਆ, ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੇ ਪ੍ਰੈਸ ਕਾਨਫਰੰਸ ਕਰਤੀ, ਕੈਪਟਨ ਅਮਰਿੰਦਰ ਸਾਹਿਬ ਉਦੋਂ ਦਿੱਲੀ ਸੀ ਜਿੱਦਣ ਰੌਲਾ ਪਿਆ, ਬਲਬੀਰ ਸਿੱਧੂ ਜਿਹੜੇ ਸਿਹਤ ਮੰਤਰੀ ਨੇ ਕਹਿੰਦੇ ਜੀ ਅਸੀਂ ਵਾਪਸ ਲੈ ਰਹੇ ਹਾਂ ਫੈਸਲਾ, ਹੁਣ ਟੀਕੇ ਵਾਪਸ ਮੰਗਾਵਾਂਗੇ। ਇਹਦਾ ਮਤਲਬ ਹੈ ਕਿ ਤੁਹਾਨੂੰ ਇਹੀ ਆਪ ਇਹਨੂੰ ਨਹੀਂ ਸੀ ਪਤਾ ਵੀ ਇਹ ਫੈਸਲਾ ਸਹੀ ਹੈ ਕਿ ਗਲਤ ਹੈ। ਇਹ ਨਹੀਂ ਹੋਣਾ ਚਾਹੀਦਾ ਸੀ, ਇਹ ਬੜਾ ਮੰਦਭਾਗਾ ਹੈ। ਔਰ ਹੁਣ ਸੁਖਬੀਰ ਬਾਦਲ ਕਹਿੰਦਾ ਇਹਦੀ ਜਾਂਚ ਹੋਣੀ ਚਾਹੀਦੀ। ਮੈਂ ਕਹਿੰਦਾ ਬਿਲਕੁਲ ਜਾਂਚ ਹੋਣੀ ਚਾਹੀਦੀ ਹੈ। ਗੱਲ ਸੁਖਬੀਰ ਬਾਦਲ ਦੀ ਮੰਗ ਦੀ ਨਹੀਂ, ਜ਼ਰੂਰ ਜਾਂਚ ਹੋਣੀ ਚਾਹੀਦੀ ਹੈ ਵੀ ਪੰਜਾਬ ਸਰਕਾਰ ਦੇ ਕਿਹੜੇ ਕਾਬਲ ਅਫਸਰ ਨੇ ਇਹ ਯੋਜਨਾ ਬਣਾਈ ਸੀ ਵੀ 400 ਦਾ ਟੀਕਾ ਲੈ ਕੇ ਪ੍ਰਾਈਵੇਟ ਹਸਪਤਾਲਾਂ ਨੂੰ ਇੰਨੇ ਦਾ ਦਿਓ ਤੇ ਮੁੜ ਕੇ 1560 ਦਾ ਲੱਗੇ। ਤੇ ਜੇ ਪ੍ਰਾਈਵੇਟ ਹਸਪਤਾਲਾਂ ਨੂੰ ਟੀਕੇ ਦੇਣੇ ਨੇ ਤੁਸੀਂ 5-10% ਦੇ ਦਿਓ। ਤੁਸੀਂ ਕਹਿੰਦੇ ਬਹੁਤ ਵੱਡੀ ਗਿਣਤੀ 'ਚ ਟੀਕੇ ਪ੍ਰਾਈਵੇਟ ਹਸਪਤਾਲਾਂ ਨੂੰ ਦੇਤੇ ਤੇ ਸਰਕਾਰੀ ਹਸਪਤਾਲ ਸੁੰਨੇ ਪਏ ਨੇ ਸਾਡੇ। ਸੋ ਇਸ ਕਰਕੇ ਇਹਦੇ ਤੇ ਜ਼ਰੂਰ CBI ਜਾਂਚ ਮੈਂ ਤਾਂ ਕਹਿੰਦਾ ਹੋਣੀ ਚਾਹੀਦੀ, ਜਾਂ ਕੈਪਟਨ ਅਮਰਿੰਦਰ ਹੋਣਾ ਨੂੰ ਉਹ ਵਿਜੀਲੈਂਸ ਦੀ ਟੀਮ ਲਾ ਦੇਣੀ ਚਾਹੀਦੀ ਹੈ। ਜਿਹੜੀ ਵਿਜੀਲੈਂਸ ਦੀ ਟੀਮ ਮੰਤਰੀਆਂ ਤੇ MLA ਦੀਆਂ ਫਾਈਲਾਂ ਚੈੱਕ ਕਰਦੀ ਹੈ ਗਗਨ, ਉਹਨੂੰ 2-4 ਦਿਨ ਦੀ ਛੁੱਟੀ ਕਰਾ ਕੇ ਉਧਰੋਂ ਇੱਧਰ ਲਾ ਦਿਓ ਵੀ ਆ ਪਤਾ ਕਰੋ ਵੀ ਕਿਹੜੇ ਅਫਸਰ ਇਹਦੇ ਪਿੱਛੇ ਲੱਗੇ ਸੀ। ਹੁਣ ਹਸਪਤਾਲਾਂ ਨੂੰ ਕਹਿੰਦੇ ਸਾਨੂੰ ਵੈਕਸੀਨ ਮੋੜੋ, ਤੇ ਹਸਪਤਾਲ ਵਾਲਿਆਂ ਨੇ ਕਈਆਂ ਨੇ ਤਾਂ ਕਈ ਟੀਕੇ ਲਾ ਵੀ ਦਿੱਤੇ। ਸੋ ਇਹ ਕੋਵਿਡ ਦੇ ਟੀਕੇ ਦੇ ਨਾਲ ਨਾਲ ਕਰਪਸ਼ਨ ਦਾ ਟੀਕਾ ਤਾਂ ਨਹੀਂ ਸੀ ਕਿਤੇ, ਜਾਂਚ ਇਸ ਗੱਲ ਦੀ ਹੋਣੀ ਚਾਹੀਦੀ ਹੈ ਵੀ ਇਹ ਟੀਕਾ ਕਰਪਸ਼ਨ ਵਾਲਾ ਤਾਂ ਨਹੀਂ ਸੀ। ਹੁਣ ਸਿੱਧੂ ਧਰਨਾ ਦੇਣ ਜਾ ਰਿਹਾ, ਬਲਵੀਰ ਸਿੱਧੂ ਉਹਨਾਂ ਦੇ ਘਰ ਦੇ ਬਾਹਰ, ਤੇ ਸਿਆਸਤ ਹੋਰ ਭਖੂਗੀ। ਮੈਨੂੰ ਲੱਗਦਾ ਇਹ ਮੁੱਦਾ ਲੱਗ ਗਿਆ ਅਕਾਲੀ ਦਲ ਦੇ ਹੱਥ, ਕਿਤੇ ਇਹ ਨਾ ਹੋਵੇ ਕਿ ਇਸ ਮੁੱਦੇ ਦੇ ਨਾਲ, ਕਿਉਂਕਿ ਬਹੁਤ ਸਾਰੇ ਮੰਤਰੀ ਨੇ ਜਿਹੜੇ ਉਹਨਾਂ ਤੇ ਬਦਲੇ ਜਾਣ ਦੀ ਤਲਵਾਰ ਲਟਕੀ ਹੋਈ ਹੈ, ਕਿਤੇ ਸਿਹਤ ਮੰਤਰੀ ਦਾ ਸਿਆਸੀ ਤੌਰ ਦੇ ਉੱਤੇ ਵਿਰੋਧ ਨਾ ਹੋ ਜਾਏ। ਵੈਸੇ ਬਲਵੀਰ ਸਿੰਘ ਸਿੱਧੂ ਦੇ ਜਿਹੜਾ ਕੰਮਕਾਰ ਹੈ ਉਹ ਹਲੇ ਤੱਕ ਸੰਤੋਸ਼ਜਨਕ ਰਿਹਾ, ਪਰ ਇਹ ਮਸਲਾ ਜਿਹੜਾ ਇਹ ਮੈਨੂੰ ਲੱਗਦਾ ਉਹ ਚੰਗੀ ਤਰ੍ਹਾਂ ਨਜਿੱਠ ਨਹੀਂ ਸਕੇ। ਪਰ ਫੈਸਲਾ ਪਤਾ ਨਹੀਂ ਕਿਹਦਾ, ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਨਾ ਉਹ 'ਚ ਇਹ ਨਹੀਂ ਪਤਾ ਲੱਗਦਾ ਹੁੰਦਾ ਗਗਨ ਇਹ ਫੈਸਲਾ ਕਿਹਦਾ। ਇਹ ਕਿਸੇ ਸਲਾਹਕਾਰ ਦਾ ਫੈਸਲਾ ਤਾਂ ਨਹੀਂ, ਪੁੱਠੀ ਸਲਾਹ ਪੁੱਠੀ ਪੈ ਗਈ। ਸੋ ਬਿਲਕੁਲ, ਸੋ ਪੰਜਾਬ ਸਰਕਾਰ ਦੇ ਲਈ ਹੁਣ ਮਸਲਾ ਹੁਣ ਛੋਟਾ ਨਹੀਂ ਰਿਹਾ, ਕਿਉਂਕਿ ਕੇਂਦਰੀ ਮੰਤਰੀ ਤੱਕ ਇਸ ਮਸਲੇ ਨੂੰ ਲੈ ਕੇ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ। ਉਹਨਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਜਿਹੜੀ ਪੰਜਾਬ ਸਰਕਾਰ ਦੀਆਂ ਲਗਾਤਾਰ ਤਾਰੀਫਾਂ ਹੋ ਰਹੀਆਂ ਸੀ ਕਿ ਕਰੋਨਾ ਕਾਲ ਦੇ ਦਰਮਿਆਨ ਇਹਨਾਂ ਦੇ ਵੱਲੋਂ ਕੰਮ ਬਹੁਤ ਵਧੀਆ ਕੀਤਾ ਗਿਆ, ਕਰੋਨਾ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਗਿਆ, ਪਰ ਉਸ ਤੋਂ ਬਾਅਦ ਅਜਿਹੀਆਂ ਖਬਰਾਂ ਆਉਂਦੀਆਂ ਨੇ ਕਿਤੇ ਨਾ ਕਿਤੇ ਅਜਿਹੀਆਂ ਤਾਰੀਫਾਂ ਦੇ ਮੱਥੇ ਤੇ ਕਲੰਕ ਲੱਗ ਜਾਂਦੀਆਂ ਨੇ। ਉਹ ਪੁਰਾਣੀ ਕਹਾਵਤ ਹੈ ਨਾ ਵੀ ਇੱਕ ਗਲਤੀ ਹਰ ਚੀਜ਼ ਤੇ ਪਾਣੀ ਫੇਰ ਦਿੰਦੀ ਹੈ। ਸੋ ਇਹ ਨੁਕਸਾਨ ਹੋਇਆ ਕਿਤੇ ਨਾ ਕਿਤੇ। ਗੱਲ ਵੀ ਸੁਣਾ ਦਿਓ ਅਕਾਲੀ ਦਲ ਦੇ ਲੀਡਰਾਂ ਦੀ, ਕਿਵੇਂ ਉਹਨਾਂ ਨੇ ਧਰਨਾ ਮਾਰਨ ਜਾਣਾ, ਤੇ ਜਿਹੜੇ ਹੋਰ ਕੋਈ ਮਹੱਤਵਪੂਰਨ ਬਿਆਨ ਨੇ ਅੱਜ ਦੇ ਉਹ ਵੀ ਸੁਣਾ ਦਿਓ। ਗੱਲ ਇਹ ਹੈ ਕਿ ਬਹੁਤ ਦੁਖਦਾਈ ਗੱਲ ਹੈ ਕਿ ਸੰਕਟ ਦੇ ਇਸ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਮ ਲੋਕਾਂ ਵਾਸਤੇ, ਗਰੀਬ ਲੋਕਾਂ ਵਾਸਤੇ ਵੈਕਸੀਨ ਆਏ, ਉਹਨੂੰ ਪ੍ਰਾਈਵੇਟ ਹਸਪਤਾਲਾਂ ਦੇ ਹੱਥਾਂ ਦੇ ਵਿੱਚ ਵੇਚ ਕੇ ਵੱਡੇ ਮੁਨਾਫੇ ਕਮਾਉਣ ਦੀ ਕੋਸ਼ਿਸ਼ ਕੀਤੀ, ਔਰ ਇੱਕ ਬਹੁਤ ਵੱਡਾ ਸਕੈਂਡਲ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਪਰਸੋਂ 7 ਜੂਨ ਨੂੰ ਮੋਹਾਲੀ ਦੇ ਵਿੱਚ ਸਰਦਾਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਦੇ ਘਰ ਦੇ ਸਾਹਮਣੇ ਧਰਨਾ ਦੇਣਗੇ। ਸਾਰੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ, ਹਾਈ ਕਮਾਂਡ, ਕੋਰ ਕਮੇਟੀ, MLA, ex-MLA, ਜ਼ਿਲ੍ਹਾ ਪ੍ਰਧਾਨ ਉਹਨਾਂ ਦੇ ਨਾਲ ਬੈਠਣਗੇ। ਔਰ ਸਾਡੀ ਮੰਗ ਹੈ ਕਿ ਇੱਕ ਤਾਂ ਸਿਹਤ ਮੰਤਰੀ ਸਾਹਿਬ ਅਸਤੀਫਾ ਦੇਣ, ਔਰ ਇੱਕ ਇਹ ਸਾਰੇ ਮਾਮਲੇ ਦੀ CBI ਦੀ ਜਾਂਚ ਕੀਤੀ ਜਾਵੇ ਤਾਂ ਜੋ ਤੱਥ ਸਾਹਮਣੇ ਆਉਣ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਫੈਸਲਾ ਹੋਇਆ ਔਰ ਇਹਦਾ ਕਿਹਨੂੰ ਜਿਹੜਾ ਅੰਦਰ ਖਾਤੇ ਫਾਇਦਾ ਹੋਣਾ ਸੀ। ਇਕੱਲਾ ਫੈਸਲਾ ਕੈਂਸਲ ਕਰਕੇ ਗੱਲ ਖਤਮ ਨਹੀਂ ਹੁੰਦੀ। ਇਹ ਕਿਉਂ ਫੈਸਲਾ ਕੀਤਾ ਗਿਆ, ਕਿਸ ਮੰਦ ਭਾਵਨਾ ਨਾਲ ਕੀਤਾ ਗਿਆ, ਕਿਹਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ, ਇਹ ਸਾਰੀ ਗੱਲ ਤਾਂ ਸਾਹਮਣੇ ਆਏਗੀ ਜੇ CBI ਦੀ ਇਨਕੁਆਇਰੀ।
ਦੇਖੋ ਕੱਲ ਆਮ ਆਦਮੀ ਪਾਰਟੀ ਨੇ ਇੱਕ ਬੜਾ ਗੰਭੀਰ ਮੁੱਦਾ ਉਠਾਇਆ ਸੀ ਕਿ ਸਰਕਾਰ ਜਿਹੜੀ ਹੈ ਸੂਬਾ ਸਰਕਾਰ ਜਿਹੜੀ ਵੈਕਸੀਨ 400 ਰੁਪਏ 'ਚ ਸਰਕਾਰ ਨੂੰ ਮਿਲਦੀ ਹੈ ਤੇ ਹਦਾਇਤ ਹੈ ਕਿ ਪੰਜਾਬ ਦੇ ਲੋਕਾਂ ਦੇ ਤੁਸੀਂ ਮੁਫਤ ਲਾਓ। ਸਰਕਾਰ ਉਹਦੇ ਵਿੱਚ ਵੀ ਵਪਾਰ ਕਰ ਰਹੀ ਹੈ। ਉਹ 400 ਰੁਪਏ ਵਾਲੀ ਜਿਹੜੀ ਵੈਕਸੀਨ ਸੀ ਪ੍ਰਾਈਵੇਟ ਹਸਪੀਟਲ ਨੂੰ 1060 ਰੁਪਏ ਦੀ ਵੇਚੀ ਜਾ ਰਹੀ ਸੀ ਤੇ ਅੱਗੇ ਉਹ ਤਕਰੀਬਨ 1600 ਰੁਪਏ ਦੀ ਜਿਹੜੇ ਲੋਕਾਂ ਦੇ ਉਹ ਲਾ ਰਹੇ ਸੀ। ਜਦੋਂ ਆਮ ਆਦਮੀ ਪਾਰਟੀ ਨੇ ਮੁੱਦਾ ਉਠਾਇਆ ਤਾਂ ਕੱਲ ਘੰਟੇ ਬਾਅਦ ਮੰਤਰੀ ਸਾਹਿਬ ਨੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕੀਤੀ ਜਿਹਦੇ ਵਿੱਚ ਕਿਹਾ ਵੀ ਜੀ ਇਹ ਅਸੀਂ ਵਾਪਸ ਲੈ ਲਿਆ ਜਿਹੜਾ ਫੈਸਲਾ ਹੈ ਤੇ ਜਿਹੜੇ ਲੋਕ ਮਤਲਬ ਕਿ ਜਿਹੜੇ ਲੋਕਾਂ ਦੇ ਵੈਕਸੀਨ ਲੱਗੀ ਹੈ ਉਹਨਾਂ ਨੂੰ ਵੀ ਜਿਹੜੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇਹ ਤਾਂ ਉਹ ਗੱਲ ਹੋ ਗਈ ਵੀ ਚੋਰ ਹੈ ਜਿਹੜਾ ਚੋਰੀ ਕਰ ਲੇ ਕਿਸੇ ਦੇ ਘਰੇ ਤੇ ਪੁਲਿਸ ਉਹਨੂੰ ਬਾਅਦ ਚੋਂ ਫੜ ਲੇ ਤੇ ਪੁਲਿਸ ਕਹਿੰਦੇ ਜੀ ਤੁਹਾਡਾ ਸਮਾਨ ਵਾਪਸ ਕਰਵਾ ਦਿੰਦੇ ਆ ਪਰ ਚੋਰ ਤੇ ਕੋਈ ਕਾਰਵਾਈ ਨਹੀਂ। ਤੁਸੀਂ ਮਹਾਮਾਰੀ ਦੇ ਦੌਰਾਨ ਜਦੋਂ ਲੋਕ ਮਰ ਰਹੇ ਆ ਤੁਹਾਨੂੰ ਵੈਕਸੀਨ ਮਿਲ ਰਹੀ ਹੈ ਲੋਕਾਂ ਦੇ ਲਾਉਣ ਲਈ, ਤੁਸੀਂ ਵੈਕਸੀਨ ਦਾ ਉਦੋਂ ਵਪਾਰ ਕਰ ਰਹੇ ਹੋ। ਡਿਊਟੀ ਤਾਂ ਬਣਦੀ ਸੀ ਕਿ ਜਿਹੜਾ ਕੋਈ ਮੰਤਰੀ ਜ਼ਿੰਮੇਵਾਰ ਆ, ਜਿਹੜਾ ਕੋਈ ਹੈਲਥ ਸੈਕਟਰੀ ਜ਼ਿੰਮੇਵਾਰ ਆ, ਜਿਹੜਾ ਕੋਈ ਹੋਰ ਅਧਿਕਾਰੀ ਜ਼ਿੰਮੇਵਾਰ, ਜਿਹੜਾ ਰਿਸਪੌਂਸੀਬਲ ਆ ਉਹਦੇ ਤੇ ਕਾਰਵਾਈ ਕਰੋ ਤੇ ਤੁਸੀਂ ਕਹਿੰਦੇ ਜੀ ਅਸੀਂ ਪੈਸੇ ਵਾਪਸ ਕਰਵਾ ਦਾਂਗੇ। ਬੜੀ ਹੈਰਾਨੀ ਵਾਲੀ ਗੱਲ ਆ। ਸੋ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਬੜੇ ਬਿਜ਼ੀ ਆ ਆਪਦੀ ਕੁਰਸੀ ਦੀ ਲੜਾਈ ਨੂੰ ਲੈ ਕੇ। ਪੰਜਾਬ ਤਾਂ ਉਹਨਾਂ ਨੇ ਕਿਹਾ ਵੀ ਢੱਠੇ ਖੂਹ 'ਚ ਜਾਵੇ, ਮੇਰੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ। ਫਿਰ ਵੀ ਤੁਸੀਂ ਮੁਖੀਓ ਬੇਨਤੀ ਹੈ ਕਿ ਜਿਹੜੇ ਬੰਦੇ ਵੀ ਰਿਸਪੌਂਸੀਬਲ ਆ ਚਾਹੇ ਮੰਤਰੀ ਆ ਉਹਨਾਂ ਤੇ ਜਿਹੜੀ ਬਣਦੀ ਕਾਰਵਾਈ ਕਰੋ ਕਿਉਂਕਿ ਮਸਲਾ ਜਿਹੜਾ ਬੜਾ ਗੰਭੀਰ ਹੈ। भारतीय जनता पार्टी इस घिनौनी हरकत के उत्ते कड़े शब्दों च निंदा करती है और पंजाब के सेहत मंत्री बलबीर सिंह सिद्धू के इस्तीफे की मंग करती है। जे थोड़ी जी भी नैतिकता हैगी है, थोड़ी जी भी शर्म हया हैगी है तुहानू ते बलबीर सिंह सिद्धू नू अज शाम तक रिजाइन कर देना चाहिए और जे रिजाइन नहीं करते तो मुख्यमंत्री दे विच भी जे थोड़ी जी भी शर्म हया बची है तो शाम तक उसको डिसमिस कर देना चाहिए। कोरोना की महामारी होवे और असी इस तरह के घिनौने कांड करिए पैसे कमाइए। तुसीं सारे ने देखा वेंटीलेटर्स नाल भी इन्होंने यही किया। केंद्र सरकार ने 809 वेंटीलेटर आम जनता की सहूलियत वास्ते कोविड के दौरान भेजे, इन्होंने उन्होंने इस्तेमाल नहीं किया। बंदे बंद डब्बे च पे ने और बहाना की लाता कि ये खराब ने। भाई जिन्होंने तुसीं इंस्टॉल नहीं किया वो खराब कित्थों हो गए? जे इंस्टॉल किए कुछ वो क्यों नहीं चल पाए? क्योंकि इन्होंने कोल टैक्नीशियन नहीं सीगा। वेंटीलेटर चलाने वास्ते टैक्नीकल स्टाफ चाहिए। वो किन्नी ऑक्सीजन वो प्रेशर रखना, किन्ना वो वायरिंग करनी है, जो सिस्टम हैगा वह टैक्नीकल पार्ट वो टैक्नीशियन ही हैंडल कर सकता है। तुहाडे मेरा वर्गा अनजान आदमी कोई भी नहीं कर सकता। इन्होंने उस दे विच काम भी हो किया। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਮਸਲੇ ਜਿਹੜੇ ਪੰਜਾਬ ਦੇ ਵਿੱਚ ਉੱਠ ਰਹੇ ਨੇ ਉਹ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੁੰਨੇ ਆ ਤੇ ਵੱਡੇ ਮਸਲਿਆਂ ਤੇ ਲਗਾਤਾਰ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ। ये वाला जो लॉकडाउन पिछले हफ्ते ऐलान किया था वो सोमवार को सुबह 5 बजे तक है। उसके आगे भी लॉकडाउन जारी रहेगा लेकिन काफ़ी सारी और एक्टिविटीज़ में रियायत दी जा रही है, उनको खोला जा रहा है। एक तो जितने बाज़ार हैं, मॉल्स हैं, उनको खोला जा रहा है ऑड इवन के बेसिस पे कि आधी दुकानें एक दिन खुलेंगी, आधी दुकानें दूसरे दिन खुलेंगी, आधी दुकानें एक दिन, आधी दुकानें दूसरे दिन। 10 बजे से सुबह 10 बजे से शाम को 8 बजे तक दुकान नंबर के हिसाब से, ऑड इवन के हिसाब से दुकानें खोली जाएंगी। दूसरा, जितने दिल्ली में सरकारी दफ्तर हैं उन सरकारी दफ्तरों में ग्रुप ए ऑफिसर्स जो हैं वो 100% काम करेंगे और ग्रुप बाकी उसके नीचे वाले जो हैं वो 50% काम करेंगे। लेकिन जो एसेंशियल सर्विसेज में काम करने वाले कर्मचारी हैं वो 100% काम करेंगे और हर एचओडी डिसाइड करेगा कि किसको एसेंशियल सर्विस कहना है और किसको 50% करना है और किसको 100% करना है। जितने प्राइवेट ऑफिसेज हैं उन सभी प्राइवेट ऑफिसेज में 50% मैन पावर के साथ वो खोले जा सकते हैं और लेकिन कोशिश करेंगे कि ज़्यादा से ज़्यादा लोग वर्क फ्रॉम होम करें और अपने प्राइवेट ऑफिसेज कोशिश करें अपने टाइम को स्टैगर करने की कि ताकि सब लोग एक साथ सड़क पे ना आए।
दूसरी चीज, जो स्टैंड अलोन शॉप्स हैं और जो एसेंशियल सर्विसेज प्रोवाइड करने वाली शॉप्स हैं वो ऑड इवन के बेसिस पे नहीं, वो रोज खुलेंगी।